ਨਿਰੰਕਾਰ ਆਕਾਰ ਅਛੜ ਪੂਰਨ ਅਬਿਨਾਸ਼ੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਨਿਰੰਕਾਰ ਆਕਾਰ ਅਛੜ ਪੂਰਨ ਅਬਿਨਾਸ਼ੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਿੜ ਨਹੀਂ ਪਾਸੀ ਜਾਂ ਕਉ ਹੋਹਿ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ ਧਨ ਧਨ ਤੇ ਧਨ ਜਨ ਜੀ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪਿਆਰ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਮੁੱਖ ਵਾਕ ਸਵਈਏ ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸੁਣਦੇ ਹੋ। ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪੰਜਵਾਂ ਸਵਈਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਅੰਕ 1386 ਉੱਪਰ ਸੁਭਾਏਮਾਨ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਖਦੇ ਨੇ, ਉਸ ਕਰਤੇ ਦਾ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਆਕਾਰ ਨਹੀਂ ਹੈ। ਆਕਾਰ ਕਹਿੰਦੇ ਹਨ ਬਣਾਵਟ ਨੂੰ, ਸ਼ਕਲ ਨੂੰ, ਸੂਰਤ ਨੂੰ। ਭਾਵ ਉਸ ਰੱਬ ਦੀ, ਉਸ ਅਕਾਲ ਪੁਰਖ ਦੀ ਕੋਈ ਆਪਣੀ ਸ਼ਕਲ, ਕੋਈ ਆਪਣਾ ਨਿੱਜੀ ਸਰੂਪ, ਕੋਈ ਆਪਣਾ ਨਿੱਜੀ ਆਕਾਰ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਸ਼ਲੋਕ ਦਰਜ ਕਰਦੇ ਨੇ, ਜਿਸ ਵਿੱਚ ਉਹਨਾਂ 3 ਗੁਣਾਂ ਦਾ ਜ਼ਿਕਰ ਕੀਤਾ ਹੈ। ਉਹ 3 ਗੁਣ ਨੇ ਰੂਪ, ਰੰਗ ਤੇ ਰੇਖ। ਰੇਖ ਕਹਿੰਦੇ ਨੇ ਬਣਾਵਟ ਨੂੰ। ਸਾਡੀ ਇਹ ਨਜ਼ਰ ਉਹ ਕੁਝ ਵੇਖਦੀ ਏ ਜੋ ਇਹਨਾਂ 3 ਗੁਣਾਂ ਦੇ ਵਿੱਚ ਆਉਂਦਾ ਹੈ। ਭਾਵ ਸਾਨੂੰ ਜੋ ਵਿਖਾਈ ਦਿੰਦਾ ਜਾਂ ਤਾਂ ਉਹ ਰੂਪ ਹੈ, ਰੰਗ ਹੈ, ਬਣਾਵਟ ਹੈ। ਜਿਸ ਦੇ ਵਿੱਚ ਇਹ 3 ਚੀਜ਼ਾਂ ਨਹੀਂ, ਉਹ ਸਾਨੂੰ ਇਸ ਅੱਖ ਦੇ ਨਾਲ ਵਿਖਾਈ ਨਹੀਂ ਦਿੰਦਾ। ਉਦਾਹਰਣ ਦੇ ਤੌਰ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋਰਠ ਰਾਗ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦਿਆਂ ਫਰਮਾਇਆ ਹੈ, हे
ਅਕਾਲ ਪੁਰਖ ਵਾਹਿਗੁਰੂ ਤੂੰ ਸੰਸਾਰ ਵਿੱਚ ਇਵੇਂ ਵਸਿਆ ਹੋਇਆ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸੀ ਹੋਈ ਹੈ। ਹੁਣ ਤੁਸਾਂ ਕਦੇ ਧਿਆਨ ਕਰਨਾ ਵੀ ਮਨੁੱਖ ਫੁੱਲ ਨੂੰ ਤੇ ਵੇਖਦਾ ਹੈ, ਫੁੱਲ ਵਿਖਾਈ ਦਿੰਦਾ ਹੈ, ਕਿਉਂਕਿ ਉਹਦਾ ਰੂਪ ਵੀ ਹੈ, ਰੰਗ ਵੀ ਹੈ, ਬਣਾਵਟ ਵੀ ਹੈ, ਪਰ ਕਦੇ ਸੁਗੰਧੀ ਨੂੰ ਕਦੇ ਕਿਸੇ ਨੇ ਆਪਣੀਆਂ ਅੱਖਾਂ ਦੇ ਨਾਲ ਤੱਕਿਆ? ਉਹ ਵਿਖਾਈ ਨਹੀਂ ਦਿੰਦੀ, ਕਿਉਂਕਿ ਉਸ ਦਾ ਰੂਪ, ਰੰਗ ਤੇ ਆਕਾਰ, ਬਣਾਵਟ ਕੋਈ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਸਾਰ ਦੀ ਤੁਲਨਾ ਇੱਕ ਫੁੱਲ ਨਾਲ ਕੀਤੀ ਏ। ਖਿੜਿਆ ਹੱਬ ਸੰਸਾਰ ਜਿਉਂ, ਪੋਹ ਮੱਧ ਜਿਉਂ ਬਾਸ ਬਸਤ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਇਸ ਦਿਸ ਦੇ ਪਸਾਰੇ ਦੇ ਵਿੱਚ ਇਵੇਂ ਵਿਆਪਕ ਹੈ, ਇਵੇਂ ਸਮਾਇਆ ਹੋਇਆ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ। ਤੂੰ ਸੁਗੰਧੀ ਦੀ ਨਿਆਈ ਹੈ, ਤੈਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਤੈਨੂੰ ਅਨੁਭਵ ਕੀਤਾ ਜਾ ਸਕਦਾ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਅਹਿਸਾਸ ਪਾ ਕੇ ਤੇਰਾ ਤੈਨੂੰ ਜਾਣਿਆ ਜਾਂਦਾ ਹੈ। ਪਰ ਜੇ ਕੋਈ ਇਹ ਜ਼ਿੱਦ ਕਰੇ ਕਿ ਮੈਂ ਆਪਣੀ ਅੱਖ ਦੇ ਨਾਲ ਵੇਖ ਸਕਦਾ, ਤਾਂ ਐਸਾ ਨਹੀਂ, ਕਿਉਂਕਿ ਤੇਰਾ ਆਕਾਰ ਕੋਈ ਨਹੀਂ, ਤੇਰੀ ਬਣਾਵਟ ਕੋਈ ਨਹੀਂ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਬਾਰ-ਬਾਰ ਇਹ ਸ਼ਬਦ ਦੁਹਰਾਉਂਦੇ ਨੇ, ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਦਾ ਅਰਥ ਕੀ ਹੈ? ਜਿਹਦਾ ਆਕਾਰ ਕੋਈ ਨਹੀਂ, ਨਿਰਾਕਾਰ ਹੈ ਉਹ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾਉਂਦੇ, ਕਹਿਣ ਲੱਗੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇਹੋਂ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਨਾ ਤੇਰਾ ਰੂਪ ਹੈ, ਨਾ ਤੇਰਾ ਰੰਗ ਹੈ, ਨਾ ਤੇਰੀ ਬਣਾਵਟ ਹੈ। ਇਸ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਤਿੰਨਾਂ ਗੁਣਾਂ ਤੋਂ ਤੂੰ ਵੱਖਰਾ ਹੈ, ਤੂੰ ਭਿੰਨ ਹੈ, ਤੂੰ ਇਹਨਾਂ ਤਿੰਨਾਂ ਦੇ ਵਿੱਚ ਨਹੀਂ ਆਉਂਦਾ। ਭਾਵ ਨਾ ਤੇਰਾ ਆਪਣਾ ਰੂਪ, ਨਾ ਰੰਗ, ਨਾ ਬਣਾਵਟ, ਤੇ ਤੂੰ ਇਸ ਅੱਖ ਦੇ ਨਾਲ ਵਿਖਾਈ ਕਿਵੇਂ ਦੇਵੇਂ? ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਪੇਰੀ। ਦਾਤਾਰ ਆਖਦੇ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੈਂ ਆਪਣੇ ਖਸਮ ਵਾਹਿਗੁਰੂ ਨੂੰ ਵੇਖ ਸਕਦਾ। ਹੁਣ ਉਹ ਅੱਖਾਂ ਕਿਹੜੀਆਂ ਹੋਈਆਂ? ਮੁਆਫ ਕਰ ਦੇਣਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਅਸੀਂ ਕਈ ਵਾਰ, ਜਦੋਂ ਗੁਰਬਾਣੀ ਦੇ ਮੁੱਢਲੇ ਅਸੂਲਾਂ ਦਾ ਧਿਆਨ ਨਹੀਂ ਰੱਖਦੇ। ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਹੈ, ਉਹ ਗੁਣਵਾਚਕ ਹੈ। ਇਸ ਕਰਕੇ ਉਹਨੂੰ ਗੁਣੀ ਨਿਧਾਨ ਕਿਹਾ। ਤੂੰ ਨਿਰਭਉ ਹੈ, ਤੂੰ ਨਿਰਵੈਰ ਹੈ, ਤੂੰ ਨਿਰਾਕਾਰ ਹੈ। ਜਦੋਂ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਇਹ ਬਚਨ ਧਿਆਨ ਵਿੱਚ ਨਾ ਰੱਖੇ ਤੇ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਵੀ ਗੁਰਬਾਣੀ ਦੀ ਜਦੋਂ ਵਿਆਖਿਆ ਕਰਨ ਦੀ ਗੱਲ ਆਈ ਤਾਂ ਉਦੋਂ ਮਨ ਮਰਜ਼ੀ ਦੇ ਰੱਬ ਬਣਾ ਲਏ, ਆਕਾਰਧਾਰੀ ਰੱਬ ਦੀ ਗੱਲ ਸ਼ੁਰੂ ਕਰ ਦਿੱਤੀ। ਇਹ ਉਲਝਣ ਤਾਂ ਪੈਦਾ ਹੋਈ ਵੀ ਜਿਹੜੇ ਸਤਿਗੁਰਾਂ ਨੇ ਸ਼ਬਦ ਬਾਣੀ ਦੇ ਅੰਦਰ ਵਰਤੇ ਸਨ, ਉਹਨਾਂ ਸ਼ਬਦਾਂ ਵੱਲ ਧਿਆਨ ਨਹੀਂ ਦਿੱਤਾ ਜਾ ਸਕਿਆ ਵੀ ਨਿਰਾਕਾਰ ਦਾ ਅਰਥ ਕੀ ਹੁੰਦਾ ਹੈ, ਨਿਰੰਕਾਰ ਦਾ ਮਤਲਬ ਕੀ ਹੈ। ਵੀ ਗੁਰਬਾਣੀ ਤਾਂ ਆਖਦੀ ਹੈ ਕਿ ਉਹਦਾ ਰੂਪ, ਰੰਗ ਤੇ ਬਣਾਵਟ ਕੋਈ ਨਹੀਂ, ਤੇ ਸਾਡੀ ਵਿਆਖਿਆ ਵਿੱਚ ਤੇ ਸਾਡੇ ਮੰਨਣ ਵਿੱਚ ਗੱਲ ਹੀ ਬਣਾਵਟ ਵਾਲੀ ਆਈ। ਇੱਥੇ ਉਲਝਣ ਖੜੀ ਹੋ ਗਈ, ਕਿਉਂਕਿ ਗੁਰਮਤ ਅਕਾਲ ਪੁਰਖ ਵਾਹਿਗੁਰੂ ਦਾ ਕੇਵਲ ਗੁਣਵਾਚਕ ਸਰੂਪ ਬਿਆਨ ਕਰਦੀ ਹੈ, ਉਹਦੀ ਹੋਂਦ ਨੂੰ ਉਹਦੇ ਗੁਣਾ ਕਰਕੇ ਪ੍ਰਗਟ ਕਰਦੀ ਹੈ। ਕਿ ਜੋ ਜੋ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਗੁਣ ਰੱਬ ਦੇ ਪਿਆਰੇ ਨੇ ਮਹਿਸੂਸ ਕੀਤੇ ਨੇ, ਜੋ ਜੋ ਜਿਵੇਂ ਜਿਵੇਂ ਉਹਨੂੰ ਮਹਿਸੂਸ ਕਰਕੇ ਉਹਦੇ ਗੁਣਾਂ ਦਾ ਆਸਰਾ ਤੱਕਿਆ, ਉਹ ਗੁਣ ਬਿਆਨ ਕਰ ਦਿੱਤੇ ਬਾਣੀ ਦੇ ਰਾਹੀਂ ਵੀ ਇਹ ਉਹਦਾ ਰੂਪ ਹੈ, ਇਹ ਗੁਣ ਉਹਦਾ ਸਰੂਪ ਹੈ। ਤੇ ਹੇ ਮਨੁੱਖ, ਤੇਰੇ ਜੀਵਨ ਦਾ ਵੀ ਭਲਾ ਤਾਂ ਹੀ ਹੋਈ ਹੈ ਜੇ ਤੂੰ ਰੱਬ ਦੇ ਇਹ ਗੁਣ ਆਪਣੇ ਜੀਵਨ ਦੇ ਵਿੱਚ ਵਸਾ ਲਏ ਨੇ। ਪਰ ਹੈਰਾਨੀ ਹੁੰਦੀ ਏ ਉਹਨਾਂ ਸੱਜਣਾ ਦੀ ਮਤਪੁਰ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਆਖਿਆ ਵੀ ਕਰਦੇ ਸਨ, ਸੁਣਦੇ ਵੀ ਸਨ, ਭਾਵੇਂ ਉਹ ਭਗਤ ਸਾਹਿਬਾਨਾਂ ਦੀ ਬਾਣੀ ਹੋਵੇ ਤੇ ਭਾਵੇਂ ਗੁਰੂ ਸਾਹਿਬਾਨ ਦੀ ਆਪਣੀ ਹੋਵੇ, ਤੇ ਨਾਲ ਇਹ ਕਥਾਵਾਂ ਤੇ ਕਹਾਣੀਆਂ ਵੀ ਨਾਲ ਦੀ ਨਾਲ। ਕਮਾਲ ਦੀ ਗੱਲ ਇਹ ਸੀ, ਇੱਕ ਪਾਸੇ ਬਾਣੀ ਦਾ ਸਿਧਾਂਤ ਤੇ ਦੂਜੇ ਪਾਸੇ ਸਾਡੀਆਂ ਘੜੀਆਂ ਕਹਾਣੀਆਂ, ਦੋਵਾਂ ਨੂੰ ਰਲਾ ਕੇ ਖਿਚੜੀ ਬਣਾ ਕੇ ਲੋਕਾਂ ਨੂੰ ਦੇ ਦਿੱਤੀ, ਔਰ ਲੋਕਾਂ ਨੂੰ ਇਹ ਵੀ ਮਹਿਸੂਸ ਕਰਾਇਆ ਵੀ ਫਲਾਣੇ ਆਦਮੀ ਨੂੰ ਤੇ ਰੱਬ ਇਸ ਰੂਪ ਵਿੱਚ ਦੱਸਿਆ। ਫਿਰ ਨਿਰਾਕਾਰ ਦਾ ਅਰਥ ਕੀ ਰਹਿ ਗਿਆ ਭਾਈ? ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨੂੰ ਆਖਦੀ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭ ਭਿੰਨ, ਇਹਦਾ ਮਤਲਬ ਹੈ ਸਤਿਗੁਰੂ ਦੇ ਇਸ ਬਚਨ ਦਾ ਤੇ ਕੋਈ ਮਤਲਬ ਨਾ ਰਹਿ ਗਿਆ। ਵੀ ਜੇ ਉਹਨੇ ਸਾਡੇ ਵਾਂਗ ਕੋਈ ਬਹੁਤਾ ਸਰੀਰ ਧਾਰੀ, ਕੋਈ ਬਾਹਰੋਂ ਆਉਣ ਵਾਲਾ, ਜੇ ਉਹਨੇ ਇਵੇਂ ਹੀ ਇੱਕ ਵਜੂਦ ਬਣਾ ਕੇ, ਆਪਣਾ ਇੱਕ ਸ਼ਕਲ ਬਣਾ ਕੇ ਆਪਣੀ ਸਾਹਮਣੇ ਆਉਣਾ ਹੈ ਤੇ ਇਵੇਂ ਦਰਸ਼ਨ ਦੇਣੇ ਨੇ, ਤੇ ਫਿਰ ਗੁਰਬਾਣੀ ਦੇ ਸਿਧਾਂਤ ਦਾ ਕੀ ਬਣਿਆ? ਜੋ ਗੁਰੂ ਸਾਹਿਬਾਨ ਨੇ ਆਖਿਆ ਉਹਨਾਂ ਬਚਨਾਂ ਦਾ ਕੀ ਹੋਇਆ?
जो सतगुरु ने बाणी के अंदर रब का स्वरूप बयान किया, उहदे विच तुहानूं काल की बंदिश तो मुक्त दस्सिया ते संसार का किहड़ा आकार है, वो किहड़ी शक्ल है, वो किहड़ा रूप रंग ते बनावट है जिहड़ी काल दे अधीन नहीं। जिहदा रूप होएगा ना, वो रूप खत्म होएगा समा पा के। शब्द वरते गुरु अर्जन साहब ने सहस्कृति श्लोकां ने, घटंत रूपं घटंत दीपं घटंत नाव रव ससीर नक्षत्र गगनं घटंत वसुधा गिर तार शिखंडं घटंत ललना सुत भ्रात हीतं। अगे क्या न घटंत केवल गोपाल अच्युत। रूप ते घटदा ते जिहदा रूप है, इहदा मतलब जिहदी शक्ल है, ਉਹਦਾ कोई ना कोई रूप भी तो होएगा ना। ते रूप कोई भी होवे, गुरबाणी ने आख्या घाटे च जांदा है, समां नूं रूप नूं हंडा दिंदा है। मनुख जिहो जिहा बचपन दे विच, उहो जिहा जवानी च नहीं रहिंदा, जिहो जिहा जवानी च उहो जिहा बुढ़ेपे च नहीं रहिंदा। ये सब चीज़ नूं साडे जीवन नूं समां हंडा रिहा है। समय ने सानूं पुराना करके यूज करके खत्म कर देना है। इस करके गुरबाणी ने आख्या हर शै संसार दी काल दे वस विच है। काल का अर्थ है समा उस दे उत्ते पूरा पूरा प्रभाव पा रहा है। संसार की कोई भी ऐसी बनावट नहीं जिहड़ी समय के लिहाज नाल पुरानी नहीं हुंदी, खत्म नहीं हुंदी ते डिस्ट्रॉय नाश नहीं हुंदी। समा नूं छिन्न भिन्न कर देंदा है। पर कमाल की गल है भी जदों असी गुरु ग्रंथ साहब महाराज की बाणी चो अकाल पुरख वाहिगुरू का मंगल पढ़िया, जिहड़ा कि गुरु नानक साहब ने मुढ़ले रूप विच दर्ज कीता, एक ओंकार सतनाम करता पुरख निरभओ निर्वैर। अगे शब्द कह अकाल मूरत अजूनी, उत्ते जूना च ही नहीं आउंदा। फिर सानू जिहने वो कहानी सुनाउण वालियां ने जिहदे दर्शन करवाए ने, जां तां वो किसी पशु के रूप च आया, जां पंछी के रूप च आया, जां मनुख के रूप में आया। रूप तो फिर भी कोई ना कोई है ना, शक्ल तो है ना। ते जिहड़ी शक्ल है, जिहड़ा रूप है, गुरबाणी कहंदी घटदा है, समय के प्रभाव दे विच आउंदा है। उहनूं असीं पढ़दे हां, वो अकाल मूरत है। किवें गल बनेगी? बड़ी उलझण खड़ी हो गई। पर कमाल की बात यह सी भी दोवां गल्लां नूं रला के, दोवां चीज़ां नूं रला के कन्नां नूं सुणन वाली स्वादली कहानी बना लई। इहनूं असीं कहा भी ये तो गुरबाणी की गल हो रही है, गुरबाणी का ही प्रचार हो रहा है। पर जिहड़ी बाणी की पंक्ति पढ़ी गई सी वो होर सी, जिहड़ी अपनी कहानी सुनाई गई वो होर सी। दोवें एक दूजे के विरोध विच खड़ियां सन। खौरे असीं की सुनिया जां की सुनाया। भाव गुरबाणी का खंडन अपनी कहानी घड़ के कर दिता गया। हुण तुसीं गौर करना, सतगुरु सच्चे पातशाह मुबारक बाणी के अंदर जिहड़ा शब्द वरतदे ने निराकार, वो वेख्या गया। एक तस्वीर बनाई शेख फरीद साहब जी की, और वो अपनी अखां वल दो ਉਂਗਲਾਂ नाल इशारा करते हैं। कां उन्हां दा मांस चूंढ रहे ने ते थले श्लोक दे लिख दिता है। बड़ी चलाक जां अनजान कह लो, क्योंकि उहो जिहा काम जां ते सिरे दा अनजान करदा है ते जां सिरे दा चलाक करदा है। जिन्हों गुरबाणी की इस पंक्ति का भेत मालूम है कि शेख फरीद साहब जी ने की आख्या, वो तो ये कुछ करनों रहा। जां तां सिरे दा चलाक होएगा भी पता हुंदियां भी उन्हें घाट घड़ दी भी सिख नूं उलझा दिओ। भी शेख फरीद साहब उस कां नूं समझाउंदियां कहिंदे ने, ये दोए नैना मत छुहो फिर देखन की। ਇਹਦਾ मतलब है ये तो असीं सिद्ध कर दिता ना भी शेख फरीद साहब तो आकारधारी रब नूं वेखना चाहुंदे ने। जिहदा आकार है, जिहदी बनावट है, कोई शक्ल रूप विच आएगा, वो दर्शन दे जाएगा। ਇਹਦਾ भाव तो यही निकलिया ना भी इन्हां अखां दे नाल शेख फरीद साहब जी दे रब दे दर्शन करना चाहुंदे ने। पहलां बिना कीती है भी इन्हां अखां नाल की दिसेगा? शक्ल दिसेगी, रूप दिसेगा, रंग दिसेगा, बनावट आकार दिसेगा। जिहदा आकार नहीं वो तो दिसना ही नहीं इस अख नूं। तुहानूं फुल नज़र आया, सुगंधी ते नज़र नहीं ना आई अज तक किसे वेखीए किहो जी हुंदी है। गुरु तेग बहादुर महाराज कहंदे पोह मद ज्यों बास वस्त है, जिवें फुल विच सुगंधी है इवें तूं कुदरत दे विच है। कुदरत दा रूप रंग आकार है, तेरा कोई नहीं। तैनूं ते महसूस किया जा सकदा है, अनुभव किया जा सकदा है। हुण असीं शेख फरीद साहब जी दे उस श्लोक नूं अपनी मन मर्जी नाल किसी की बनाई तस्वीर वेखदी सी, उन्हें वेच लई। श्लोक शेख फरीद साहब का इस करके लिखना सी कि क्योंकि तस्वीर ही फरीद साहब जी की वेचनी सी, इस करके थले आइडेंटिटी बनाउणी पई, उन्होंने श्लोक लिखना पिया। जां फिर उन्होंने श्लोक के भाव का ही पता नहीं सी कि ये दोए नैना मत छुहो फिर देखन की आस। ते श्लोक दे इस महान कथन नूं
ਅਸੀਂ ਐਵੇਂ ਹੀ ਸਮਝਿਆ ਵੀ ਸ਼ੇਖ ਫਰੀਦ ਸਾਹਿਬ ਬੜੇ ਹੀ ਕਮਜ਼ੋਰ ਹੋ ਗਏ ਨੇ ਸਰੀਰਕ ਤੌਰ ਉੱਪਰ, ਬੜਾ ਆਸਰਾ ਜਿਹਾ ਲੈ ਕੇ ਬੈਠੇ ਹੋਏ ਨੇ, ਅੱਧ ਲੇਟੇ ਹੋਏ ਨੇ, ਕਾਂ ਪੈ ਰਹੇ ਨੇ, ਉਹਨਾਂ ਦੇ ਸਰੀਰ ਦਾ ਮਾਸ ਚੂੰਡ ਰਹੇ ਨੇ, ਤੇ ਜਿਹੜੇ ਕਾਂ ਠੂੰਗੇ ਮਾਰਦੇ ਨੇ ਉਹਨਾਂ ਨੂੰ ਸਮਝਾਉਂਦਿਆਂ ਸ਼ੇਖ ਫਰੀਦ ਸਾਹਿਬ ਆਖਦੇ ਨੇ ਵੀ ਘੱਟੋ ਘੱਟ ਸਰੀਰ ਤੇ ਤੁਸਾਂ ਖਾ ਲਏ, ਅੱਖਾਂ ਤੇ ਛੱਡ ਦਿਓ ਨਾ, ਕਿਉਂਕਿ ਇਹਦੇ ਨਾਲ ਤਾਂ ਮੈਨੂੰ ਆਸ ਵੀ ਮੈਂ ਜੇ ਰੱਬ ਵੇਖਣਾ। ਹੁਣ ਇਸ ਉਮਰ ਵਿੱਚ ਜਾ ਕੇ ਵੀ ਇਹਦਾ ਭਾਵ ਹੈ ਸ਼ੇਖ ਫਰੀਦ ਸਾਹਿਬ ਨੂੰ ਅਜੇ ਰੱਬ ਨਹੀਂ ਮਿਲਿਆ। ਪਹਿਲਾਂ ਤਾਂ ਇਹ ਦਾਵਾ ਹੋ ਗਿਆ, ਇਹ ਸ਼ੰਕਾ ਖੜੀ ਕਰ ਦਿੱਤੀ। ਦੂਜਾ ਸਵਾਲ ਇਹ ਉਤਪੰਨ ਹੋ ਗਿਆ ਇਸ ਗੱਲ ਦੇ ਵਿੱਚੋਂ ਵੀ ਸ਼ੇਖ ਫਰੀਦ ਸਾਹਿਬ ਇੰਨੀ ਕੁ ਕਮਜ਼ੋਰ ਨੇ ਕਿ ਕੋਈ ਉਹਨਾਂ ਦੇ ਨੇੜੇ ਉਹਨਾਂ ਦਾ ਹਿਤੈਸ਼ੀ ਵੀ ਨਹੀਂ, ਤੇ ਉਹਨਾਂ ਦੇ ਸਰੀਰ 'ਚ ਵੀ ਇੰਨਾ ਬਲ ਨਹੀਂ ਵੀ ਕਾਂ ਆਉਂਦੇ ਨੇ ਤੇ ਮਾਸ ਖਾ ਕੇ ਤੁਰ ਜਾਂਦੇ ਨੇ, ਇੰਨੀ ਵੀ ਉਹਨਾਂ 'ਚ ਜਾਨ ਨਹੀਂ ਵੀ ਉਹ ਆਪਣੇ ਸਰੀਰ ਨੂੰ ਉਹਨਾਂ ਤੋਂ ਬਚਾ ਸਕਣ। ਤੇ ਤੀਸਰੀ ਗੱਲ ਉਸ ਤਸਵੀਰ ਨੇ ਇਹ ਉਭਾਰ ਕੇ ਸਾਹਮਣੇ ਲੈ ਆਂਦੀ ਏ ਵੀ ਸ਼ੇਖ ਫਰੀਦ ਸਾਹਿਬ ਆਪਣੀ ਇਸ ਅੱਖ ਦੇ ਨਾਲ ਕੋਈ ਆਕਾਰਧਾਰੀ ਰੱਬ ਨੂੰ ਵੇਖਣਾ ਚਾਹੁੰਦੇ, ਜਿਹਦੀ ਕੋਈ ਸ਼ਕਲ ਹੈ, ਜਿਹਦੀ ਕੋਈ ਬਣਾਵਟ ਹੈ, ਜਿਹਦਾ ਕੋਈ ਆਕਾਰ ਹੈ। ਕਾਫੀ ਕੁਝ ਖੜੇ ਸ਼ੰਕੇ ਕਰ ਦਿੱਤੇ ਇਸ ਤਸਵੀਰਬਾਜ਼ੀ ਨੇ ਔਰ ਸ਼ਲੋਕ ਦੇ ਇਸ ਭਾਵ ਨੇ ਜਿਹੜਾ ਅਸੀਂ ਕੱਢ ਦਿੱਤਾ ਹੈ। ਵੈਸੇ ਵੀ ਖਿਮਾ ਕਰਨਾ ਸਾਨੂੰ ਆਦਤ ਹੈ, ਅਸੀਂ ਬਾਣੀ ਨੂੰ ਸਮਝਣ ਵਾਸਤੇ ਸਤਿਗੁਰੂ ਦੀ ਮੁਬਾਰਕ ਬਾਣੀ ਵੱਲ ਝਾਤ ਘੱਟ ਮਾਰਦੇ ਹਾਂ। ਸਾਨੂੰ ਕਹਾਣੀ ਸੁਣਨ ਦੀ ਆਦਤ ਬੇਹੱਦ ਜ਼ਿਆਦਾ ਹੈ। ਸਾਡੀ ਕਹਾਣੀਆਂ ਦੇ ਪ੍ਰਤੀ ਬੇਸਬਰੀ ਦੀ ਭਾਵਨਾ ਨੇ ਗੁਰਬਾਣੀ ਨੂੰ ਵੀ ਕਈ ਕੁਝ ਇਹੋ ਜਿਹੀ ਰੰਗਤ ਦੇ ਦਿੱਤੀ ਹੈ ਬਾਣੀ ਦੀ ਵਿਆਖਿਆ ਨੂੰ, ਵੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕੁਝ ਕਹਿ ਰਹੇ ਹੁੰਦੇ ਨੇ, ਸਾਡੀ ਕਹਾਣੀ ਕੁਝ ਕਹਿ ਰਹੀ ਹੁੰਦੀ ਹੈ, ਆਪਸ 'ਚ ਕੋਈ ਤਾਲਮੇਲ ਬਹਿੰਦਾ ਹੀ ਨਹੀਂ। ਗੱਲ ਸਭ ਕੁਝ ਉਲਟ, ਕਹਿਣ ਨੂੰ ਗੁਰਮਤ ਦਾ ਪ੍ਰਚਾਰ ਹੀ ਹੋ ਰਿਹਾ, ਪਰ ਗੁਰਮਤ ਹੈ ਕੀ ਗੁਰਮਤ ਮੰਨਦੀ ਹੈ ਵੀ ਕੋਈ ਆਕਾਰਧਾਰੀ ਰੱਬ ਹੋ ਸਕਦਾ? ਜੇ ਆਕਾਰਧਾਰੀ ਰੱਬ ਹੋ ਸਕਦਾ ਫਿਰ ਅਵਤਾਰਾਂ ਦਾ ਖੰਡਨ ਕਿਉਂ ਕਰਦੀ ਹੈ ਗੁਰਬਾਣੀ? ਫਿਰ ਤਾਂ ਉਹਨਾਂ ਨੂੰ ਵੀ ਸੱਚ ਮੰਨਣਾ ਚਾਹੀਦਾ। ਫਿਰ ਤਾਂ ਬੁੱਤ ਨੂੰ ਕਿਉਂ ਰੱਦ ਕਰਨਾ? ਫਿਰ ਤੇ ਮੂਰਤੀ ਵੀ ਰੱਬ ਹੋ ਸਕਦੀ ਹੈ। ਫਿਰ ਤਾਂ ਸਭ ਕੁਝ ਜਾਇਜ਼ ਹੈ ਜੋ ਕੁਝ ਵੀ ਹੈ। ਜੇ ਖਿਮਾ ਕਰਨਾ ਸ਼ੇਖ ਫਰੀਦ ਸਾਹਿਬ ਜੀ ਦੀ ਬਣਾਈ ਉਹ ਤਸਵੀਰ ਅੱਜ ਵੀ ਗੁਰਦੁਆਰਿਆਂ 'ਚ ਲੱਗੀ ਹੈ, ਸਿੱਖਾਂ ਦੇ ਘਰਾਂ 'ਚ ਲੱਗੀ ਹੈ, ਤੇ ਉਸ ਤਸਵੀਰ ਤੋਂ ਇੱਕ ਗੱਲ ਉੱਭਰ ਕੇ ਸਾਹਮਣੇ ਆ ਗਈ ਤੇ ਅਸੀਂ ਉਹਨੂੰ ਸੱਚ ਮੰਨੇ ਤਾਂ ਹੀ ਇਹ ਲਾ ਰੱਖੀਏ ਨਾ। ਪਰ ਇੱਕ ਗੱਲ ਧਿਆਨ ਵਿੱਚ ਰੱਖਣੀ, ਜੇ ਸ਼ੇਖ ਫਰੀਦ ਸਾਹਿਬ ਆਕਾਰਧਾਰੀ ਰੱਬ ਵੇਖਣ ਦੀ ਇੱਛਾ ਰੱਖਦੇ ਨੇ ਤੇ ਤੁਸੀਂ ਇਸ ਗੱਲ ਨੂੰ ਜਾਇਜ਼ ਮੰਨਦੇ ਹੋ ਵੀ ਉਹ ਸਹੀ ਹੈ, ਤੇ ਫਿਰ ਮੂਰਤੀ ਪੂਜਾ ਦਾ ਖੰਡਨ ਕਰਨ ਦਾ ਬੇਲੋੜਾ ਰੌਲਾ ਪਾਉਣ ਦੀ ਜ਼ਰੂਰਤ ਹੀ ਕੀ ਹੈ? ਕਿਉਂਕਿ ਉਹ ਵੀ ਤੇ ਇੱਕ ਆਕਾਰ ਹੀ ਹੈ ਨਾ ਜਿਹਨੂੰ ਪੂਜਿਆ ਜਾ ਰਿਹਾ, ਪ੍ਰਤਮਾ ਹੈ। ਭਾਵੇਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਇੱਕ ਪਾਸੇ ਗੁਰੂ ਨਾਨਕ ਮਹਾਰਾਜ ਦਾ ਦਿੱਤਾ ਇਹ ਸਬਕ ਅਸੀਂ ਰੋਜ਼ਾਨਾ ਨਿਤ ਦੇ ਨੇਮ ਦੇ ਨਾਲ ਪੜ੍ਹਦੇ ਹਾਂ, ਇਹਨੂੰ ਅਸੀਂ ਨਿਤਨੇਮ ਕਹਿੰਦੇ, ਜਿਹੜਾ ਰੋਜ਼ ਡੇਲੀ ਰੂਟੀਨ ਨਾਲ ਅਸੀਂ ਨਿਭਾਉਂਦੇ ਹਾਂ, ਜਿਹੜੀ ਸਾਡੀ ਰੋਜ਼ ਦੀ ਰੂਟੀਨ ਹੈ ਕਿ ਸਿੱਖ ਨੇ ਬਾਣੀ ਦਾ ਪਾਠ ਕਰਨਾ ਹੈ। ਉਸ ਬਾਣੀ ਨੇ ਇਹ ਦੱਸਿਆ ਵੀ ਥਾਪਿਆ ਨਾ ਜਾਏ, ਉਹਨੂੰ ਤੁਸੀਂ ਅਸਥਾਪਨ ਨਹੀਂ ਕਰ ਸਕਦੇ, ਕੀਤਾ ਨਾ ਹੋਏ, ਤੁਹਾਡਾ ਬਣਾਇਆ ਉਹ ਬਣਦਾ ਨਹੀਂ। ਆਪੇ ਆਪ ਨਿਰੰਜਨ, ਆਪਣੇ ਆਪ ਤੋਂ ਨਿਰੰਜਨ ਅਰਥ ਦਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ। ਮਾਇਆ ਉਹਨੂੰ ਨਹੀਂ, ਨਾ ਨੂੰ ਭੁੱਖੇ ਨਾ ਤੇ ਨਾ ਗਰਮੀ ਨਾ ਸਰਦੀ ਨਾ ਦੁੱਖ ਨਾ ਸੁੱਖ, ਨਾ ਉਹ ਜੰਮੇ ਨਾ ਉਹ ਮਰੇ, ਨਾ ਉਹਨੂੰ ਉਸਤਤ ਨਾ ਉਹਨੂੰ ਨਿੰਦਾ, ਕੁਝ ਵੀ ਨਹੀਂ, ਨਾ ਉਹਦੇ ਅੰਦਰ ਕੋਈ ਭਾਵਨਾ ਉੱਠੇ, ਨਾ ਉਹਦੇ ਤੇ ਵਿਕਾਰ ਕੋਈ ਹਾਵੀ ਹੋਵੇ, ਨਾ ਉਹਨੂੰ ਕੋਈ ਚਸਕਾ। ਇਹ ਸਭ ਚੀਜ਼ਾਂ ਤੋਂ ਰਹਿਤ ਹੈ, ਮੁਕਤ ਹੈ। ਉਹ ਹੈ ਸੱਚ, ਸੱਚ ਰੂਪ ਅਕਾਲ ਪੁਰਖ ਵਾਹਿਗੁਰੂ। ਸ਼ੇਖ ਫਰੀਦ ਸਾਹਿਬ ਇਹਨਾਂ ਅੱਖਾਂ ਦੀ ਗੱਲ ਹੀ ਨਹੀਂ ਸਨ ਕਰ ਰਹੇ, ਸ਼ੇਖ ਫਰੀਦ ਸਾਹਿਬ ਤੇ ਗੱਲ ਕਰ ਰਹੇ ਸਨ ਸੁਰਤੀ ਦੀਆਂ ਅੱਖਾਂ ਦੀ। ਕਿਉਂਕਿ ਬਾਣੀ ਨੇ ਜਿਹੜੀਆਂ ਅੱਖਾਂ ਮੰਨੀਆਂ ਨੇ ਨਾ ਆਤਮਿਕ ਜੀਵਨ ਦੇ ਪੈਂਡੇ ਵਿੱਚ, ਜਿਨ੍ਹਾਂ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕੀਤੇ ਜਾ ਸਕਦੇ ਨੇ, ਉਹਨੂੰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਪਹਿਲਾਂ ਹੀ ਖੋਲ ਕੇ ਰੱਖ ਦਿੱਤਾ ਹੈ। ਉਹ ਕੀ ਏ? ਲੋਇਣ ਸੁਰਤ ਕਰੇ। ਸਤਿਗੁਰੂ ਨੇ ਕਿਹਾ ਲੋਇਣ ਸੁਰਤ, ਲੋਇਣ ਦਾ ਅਰਥ ਹੈ ਸੁਰਤ, ਅੱਖਾਂ, ਸੁਰਤ ਦਾ ਅਰਥ ਹੈ ਸਾਡੀ ਬਿਰਤੀ, ਸਾਡੀ ਸੁਰਤੀ। ਸੁਰਤੀ ਦੀਆਂ ਅੱਖਾਂ ਨਾਲ ਵੇਖ ਉਸ ਨੂੰ, ਸੁਰਤੀ ਦੀਆਂ ਅੱਖਾਂ ਦੇ ਨਾਲ। ਕਹਿਣ ਤੋਂ ਮੁਰਾਦ ਹੈ ਕਿ ਜੇ ਅਸੀਂ ਗੁਰਬਾਣੀ ਵੱਲ ਹੀ ਝਾਤ ਪਾਈ ਹੁੰਦੀ ਤੇ ਸਾਨੂੰ ਇਹੋ ਜਿਹੇ ਭਰਮਾਂ ਵਿੱਚ ਪੈਣ ਦੀ ਜ਼ਰੂਰਤ ਨਹੀਂ ਸੀ ਪੈਣੀ। ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਬਚਨ ਫਰਮਾਉਂਦੇ ਨੇ, ਇੱਕ ਤਾਂ ਸਮਝ ਲੈਣਾ ਵੀ ਉਹ ਜੂਨਾਂ ਤੋਂ ਮੁਕਤ ਏ, ਇੱਕ ਸਮਝ ਲੈਣਾ ਵੀ ਉਹ ਸਮੇਂ ਦੇ ਪ੍ਰਭਾਵ ਅਧੀਨ ਕੋਈ ਨਹੀਂ,
ਤੇ ਜਿੰਨੀਆਂ ਸ਼ਕਲਾਂ, ਸੂਰਤਾਂ, ਰੂਪ, ਰੰਗ, ਬਣਾਵਟਾਂ, ਇਹ ਸਭ ਸਮੇਂ ਦੇ ਪ੍ਰਭਾਵ ਅਧੀਨ ਹੁੰਦੀਆਂ ਨੇ। ਇਸ ਕਰਕੇ ਉਹਦੀ ਕੋਈ ਬਣਾਵਟ ਨਹੀਂ ਹੋ ਸਕਦੀ, ਉਹਨੂੰ ਬਣਾਇਆ ਵੀ ਨਹੀਂ ਜਾ ਸਕਦਾ, ਥਾਪਿਆ ਵੀ ਨਹੀਂ ਜਾ ਸਕਦਾ। ਉਹਦਾ ਜਿਹੜਾ ਰੂਪ ਗੁਰਬਾਣੀ ਨੇ ਬਿਆਨ ਕੀਤਾ, ਕੋਈ ਫਿਜ਼ੀਕਲੀ, ਕੋਈ ਸਰੀਰਕ ਨਹੀਂ ਬਿਆਨ ਕੀਤਾ। ਉਸ ਅਕਾਲ ਪੁਰਖ ਦਾ ਜਿਹੜਾ ਰੂਪ ਬਿਆਨ ਕੀਤਾ ਹੈ, ਸਰੂਪ ਦੱਸਿਆ, ਉਹ ਗੁਣਵਾਚਕ ਹੈ, ਸੁਭਾਅਵਾਚਕ, ਪ੍ਰਵਿਰਤੀਵਾਚਕ। ਜਿਹਨੂੰ ਤੁਸੀਂ ਮੰਗਲਾਚਰਨ, ਨਿਰਭਉ ਹੋਣਾ, ਭੈ ਨਹੀਂ ਹੈ ਉਹਨੂੰ, ਨਿਰਵੈਰ, ਵੈਰ ਨਹੀਂ ਹੈ ਉਹਨੂੰ। ਉਹਦੇ ਨੱਕ ਦੀ, ਅੱਖਾਂ ਦੀ, ਕੰਨ ਦੀ, ਲੱਤਾਂ ਦੀ, ਬਾਹਾਂ ਦੀ ਤੇ ਗੱਲ ਹੀ ਨਹੀਂ ਹੋ ਰਹੀ ਬਾਣੀ 'ਚ। ਬਾਣੀ 'ਚ ਤਾਂ ਉਹਦੇ ਸੁਭਾਅ ਦੀ ਗੱਲ ਹੋ ਰਹੀ ਹੈ, ਪ੍ਰਵਿਰਤੀ ਦੀ ਗੱਲ ਹੋ ਰਹੀ ਹੈ, ਗੁਣ ਦੀ ਗੱਲ ਹੋ ਰਹੀ ਹੈ। ਇਸ ਕਰਕੇ ਗੁਰਬਾਣੀ ਨੇ ਉਹਦਾ ਗੁਣਵਾਚਕ, ਗੁਣਵਾਨ ਸਰੂਪ ਬਿਆਨ ਕੀਤਾ ਹੈ। ਫਿਜ਼ੀਕਲੀ ਸਰੂਪ ਕਿਤੇ ਬਿਆਨ ਨਹੀਂ ਕੀਤਾ। ਪਰ ਜਿਹੜੇ ਸ਼ਬਦ ਅਸੀਂ ਮੰਨਦੇ ਵੀ ਹਾਂ ਨਾ, ਉਹਨਾਂ ਦਾ ਭਾਵ ਉਹ ਨਹੀਂ। ਇਸ ਕਰਕੇ ਗੌਰ ਕਰ ਲੈਣਾ ਇਸ ਗੱਲ ਵੱਲ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਨਿਰੰਕਾਰ, ਤੇਰਾ ਆਕਾਰ ਕੋਈ ਨਹੀਂ, ਸ਼ਕਲ ਕੋਈ ਨਹੀਂ। ਔਰ ਅੱਗੇ ਨਾਲ ਹੀ ਇੱਕ ਸ਼ਬਦ ਹੋਰ ਵਰਤ ਦਿੱਤਾ ਹੈ, ਆਕਾਰ। ਆਕਾਰ ਦਾ ਅਰਥ ਹੁੰਦਾ ਸ਼ਕਲ। ਤੇਰਾ ਆਪਣਾ ਵਜੂਦ ਜਿਹੜਾ ਹੈ, ਉਹ ਸ਼ਕਲ ਤੋਂ, ਆਕਾਰ ਤੋਂ, ਬਣਾਵਟ ਤੋਂ, ਰੂਪ ਤੋਂ, ਰੰਗ ਤੋਂ ਮੁਕਤ ਹੈ। ਪਰ ਨਾਲ ਸ਼ਬਦ ਵਰਤੇ ਆਕਾਰ। ਆਕਾਰ ਦਾ ਅਰਥ ਹੈ ਸ਼ਕਲ। ਪਰ ਆ ਜਿਹੜਾ ਸਮੁੱਚਾ ਸੰਸਾਰ ਹੈ ਨਾ, ਇਹੋ ਹੀ ਤੇਰਾ ਰੂਪ ਹੈ। ਗੌਰ ਕਰਨਾ, ਇਸ ਨੁਕਤੇ ਨੂੰ ਥੋੜਾ ਗੰਭੀਰਤਾ ਨਾਲ ਸਮਝਣਾ ਵੀ ਤੇਰੀ ਆਪਣੀ ਕੋਈ ਸ਼ਕਲ ਨਹੀਂ, ਪਰ ਸੰਸਾਰ ਦੇ ਜਿੰਨੇ ਵੀ ਚਿਹਰੇ ਨੇ, ਜਿੰਨੇ ਵੀ ਜੀਵ ਨੇ, ਜਿੰਨੇ ਵੀ ਮਨੁੱਖ ਨੇ, ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਹੀ ਰੂਪ ਨੇ। ਭਾਵ ਇਹਨਾਂ ਦੇ ਵਿੱਚੋਂ ਮਨੁੱਖ ਨੇ ਰੱਬ ਵੇਖਣਾ। ਰੱਬ ਨੂੰ ਕੋਈ ਵੱਖਰਾ ਵੇਖਣ ਦੀ ਯਤਨ ਵਿੱਚ ਨਹੀਂ। ਹੁਣ ਟੋਪੀ ਵਾਲੇ ਨੂੰ ਤਾਂ ਟੋਪੀ ਵਾਲਾ ਹੀ ਰੱਬ ਚਾਹੀਦਾ ਹੈ ਨਾ। ਤੇ ਅਸੀਂ ਸੋਚਣਾ ਵੀ ਰੱਬ ਸਾਡੇ ਵਾਂਗ ਹੀ ਹੋਏਗਾ, ਕੋਈ ਲੰਮਾ ਚੋਲਾ ਪਾ ਕੇ ਆਏਗਾ, ਪੱਗ ਬੱਧੀ ਹੋਏਗੀ, ਖਾਸ ਕਿਸਮ ਦੀ ਮਾਲਾ 3-4 ਪਾਈਆਂ ਹੋਣਗੀਆਂ, ਜਦੋਂ ਆਏਗਾ ਤੇ ਅਸੀਂ ਭੱਜ ਕੇ ਮੱਥਾ ਟੇਕਾਂਗੇ, ਭੇਟਾ ਰੱਖਾਂਗੇ। ਐਸਾ ਰੱਬ ਵੇਖਣਾ ਲੋਚਦੇ ਹਾਂ ਅਸੀਂ। ਦਾਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾ ਪਿਰੀ। ਹੁਣ ਦੇਖਣ ਦਾ ਅਰਥ ਅਸੀਂ ਇਹੀ ਕੱਢ ਲਿਆ ਵੀ ਖੋਰੇ ਇਹ ਅੱਖਾਂ ਹੀ ਸੁਣਦੀਆਂ, ਇਹ ਅੱਖਾਂ ਹੀ ਦੇਖਦੀਆਂ ਨੇ। ਨਹੀਂ, ਦੇਖਣ ਦਾ ਅਰਥ ਗੁਰਬਾਣੀ ਦੇ ਵਿੱਚ ਮਹਿਸੂਸ ਕਰਨਾ, ਅਨੁਭਵ ਕਰਨਾ। ਤੇ ਫਿਰ ਦੇਖਣ ਦੀ ਅੱਖ ਵੀ ਤੇ ਗੁਰਬਾਣੀ ਨੇ ਕਿਹਾ, ਇਹਨਾਂ ਦੀ ਤੇ ਗੱਲ ਹੀ ਨਹੀਂ ਕਰ ਰਹੇ, ਹੋਰ ਕਰ ਰਹੇ। ਕਿਉਂਕਿ ਵੇਖਣਾ ਤੁਸੀਂ ਬਾਣੀ ਦੇ ਅੰਦਰ ਇਹ ਸ਼ਬਦ, ਜਿੱਥੇ ਮਹਾਰਾਜ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਜੁਗਤ ਹੈ ਤੇਰੇ ਵਿੱਚ ਅਭੇਦ ਹੋਣ ਦੀ। ਉੱਥੇ ਸ਼ਬਦ ਮਹਾਰਾਜ ਨੇ ਵਰਤੇ ਨੇ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਜੇ ਉਹਨੂੰ ਐਵੇਂ ਹੀ ਵੇਖਿਆ ਜਾ ਸਕਦਾ ਤਾਂ ਏਡੀ ਡੂੰਘੀ ਗੱਲ ਕਰਨ ਦੀ ਤੇ ਲੋੜ ਹੀ ਨਹੀਂ ਸੀ ਵੀ ਅੱਖਾਂ ਤੋਂ ਬਿਨਾਂ ਤੈਨੂੰ ਵੇਖਣਾ ਹੈ, ਕੰਨਾਂ ਤੋਂ ਬਿਨਾਂ ਤੈਨੂੰ ਸੁਣਨਾ ਹੈ, ਹੱਥਾਂ ਤੋਂ ਬਿਨਾਂ ਕਰਮ ਕਰਨਾ ਹੈ, ਉਹ ਸੇਵਾ ਕਰਨੀ ਹੈ ਜਿਹੜੀ ਤੈਨੂੰ ਭਾਉਂਦੀ ਹੈ, ਤੇ ਪੈਰਾਂ ਤੋਂ ਬਿਨਾਂ ਤੇਰੇ ਰਾਹ ਦੇ ਉੱਤੇ ਚੱਲਣਾ। ਤੇ ਖਿਮਾ ਕਰਨਾ, ਗੁਰਬਾਣੀ ਦੇ ਇਸ ਕਨਸੈਪਟ ਨੂੰ ਸਮਝੇ ਤੋਂ ਬਿਨਾਂ ਉਲਝਣ ਖੜੀ ਹੋ ਗਈ ਏ। ਇਸ ਕਰਕੇ ਅਸੀਂ ਪੰਕਤੀ ਗੁਰੂ ਅਰਜਨ ਸਾਹਿਬ ਦੀ ਪੜ੍ਹ ਰਹੇ ਹਾਂ, ਚਰਨ ਚਲੋ ਮਾਰਗ ਗੋਬਿੰਦ। ਅਸੀਂ ਸੋਚਿਆ ਕਿ ਉੱਚੀ ਪਹਾੜੀ ਚੜ੍ਹ ਜਾਣ ਨੂੰ ਹੀ ਆਖਿਆ ਗਿਆ। ਕਿੱਡਾ ਵੱਡਾ ਅੰਤਰ ਹੈ। ਜੇ ਸਤਿਗੁਰੂ ਨੇ ਕਿਹਾ ਹੈ ਵੀ ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ, ਉਧਰ ਤੇ ਤੂੰ ਤਾਂ ਲੱਭਣ ਜਾਏ ਨਾ ਵੀ ਜੋ ਇੱਥੇ ਨਾ ਹੋਵੇ ਤਾਂ ਵੀ ਉੱਥੇ ਹੀ ਰਹਿੰਦਾ। ਇਸ ਕਰਕੇ ਭਾਈ ਮੈਂ ਉੱਥੇ ਜਾ ਰਿਹਾ, ਇਹਨਾਂ ਪੈਰਾਂ ਨਾਲ ਤੁਰ ਕੇ ਉੱਥੇ ਪਹੁੰਚਾਂਗਾ, ਉਹਨੂੰ ਮਿਲਾਂਗਾ, ਉੱਥੇ ਵੇਖਾਂਗਾ। ਗੁਰੂ ਸਾਹਿਬ ਕਹਿੰਦੇ ਉੱਥੇ ਇੱਥੇ ਵੀ ਏ। ਹੁਣ ਤੁਸੀਂ ਲੱਭੋ ਵੀ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਕੀ ਕਹਿ ਰਹੇ ਨੇ ਵੀ ਚਰਨ ਚਲੋ ਮਾਰਗ। ਉਹ ਕਿਹੜੇ ਚਰਨ ਨੇ ਜਿਨ੍ਹਾਂ ਨਾਲ ਗੋਬਿੰਦ ਦੇ ਮਾਰਗ ਤੇ ਚੱਲਿਆ ਜਾਂਦਾ ਹੈ? ਕਿ ਉਹ ਗੋਬਿੰਦ ਅਕਾਲ ਪੁਰਖ ਕਿਸੇ ਇੱਕ ਥਾਂ ਤੇ ਵਸਦਾ ਵੀ ਜਿੱਥੇ ਤੁਰ ਕੇ ਅਸੀਂ ਪਹੁੰਚ ਜਾਈਏ, ਚਲੇ ਜਾਈਏ। ਇਹ ਫਰਕ ਹੈ। ਇਸ ਕਰਕੇ ਉਹਨਾਂ ਨੂੰ ਮਹਾਰਾਜ ਨੇ ਕਿਹਾ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਏ। ਇਹ ਸ਼ਬਦ ਵੀ ਵਰਤੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਆਤਮਿਕ ਜੀਵਨ ਦਾ ਪੈਂਡਾ ਤੈਅ ਕਰਨ ਵਾਸਤੇ, ਉਸ ਸੱਚ ਨਾਲ ਅਭੇਦ ਹੋਣ ਵਾਸਤੇ ਜਿਹੜੇ ਕਦਮ ਤੇਰੀ ਸਹਾਇਤਾ ਕਰਨਗੇ, ਉਹ ਭੈ ਕੇ ਚਰਨ ਨੇ। ਇਹਨਾਂ ਚਰਨਾਂ ਦੀ ਗੱਲ ਹੋ ਰਹੀ ਹੈ। ਇਹ ਤੇ ਦੁਨੀਆ ਤੇ ਦਾਅਵੇ ਕਰ ਹੀ ਰਹੀ ਹੈ ਕਿ ਇੱਥੇ ਆਓ, ਚੱਲ ਕੇ ਰੱਬ ਵਿਖਾ ਦੇਾਂਗੇ। ਜਾ ਰਹੀ ਹੈ ਦੁਨੀਆ ਰੱਬ ਵੇਖਣ। ਇੱਥੇ ਆਓ, ਤੁਹਾਨੂੰ ਰੱਬ ਦੇ ਦੀਦਾਰ ਕਰਵਾ ਦੇਾਂਗੇ। ਕਰਵਾ ਰਹੀ ਹੈ ਦੁਨੀਆ। ਲੋਕ ਜਾ ਹੀ ਰਹੇ ਨੇ, ਜਾ ਰਹੇ ਨੇ ਨਾ।
ਪਰ ਗੁਰੂ ਕੇ ਪਿਆਰ ਵਾਲਿਓ, ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਲ ਇਹ ਵੀ ਤੇ ਬਚਨ ਕਹਿ ਦਿੱਤਾ ਹੈ, ਸੁਚੇਤ ਕਰਕੇ ਜਾਣ ਵਾਲਿਆ ਇੱਕ ਗੱਲ ਧਿਆਨ ਵਿੱਚ ਰੱਖੀ। ਮੈਂ ਕਿਸੇ ਨੂੰ ਜੰਗਲਾਂ ਵੱਲ ਨੂੰ ਜਾਂਦੇ ਹੋਏ ਨੂੰ ਪੁੱਛਿਆ ਸੀ, ਕਿੱਧਰ ਚੱਲਿਆ? ਉਹਨੇ ਕਿਹਾ, ਰੱਬ ਨੂੰ ਮਿਲਣ ਚੱਲਿਆ। ਤੇ ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਫਰਕ ਇਹਨਾਂ ਵੀ ਹੁਣ ਤੂੰ ਸੰਘਣੇ ਜੰਗਲ ਵਿੱਚ ਨਹੀਂ ਜਾਂਦਾ, ਪਰ ਤੂੰ ਜੰਗਲ ਹੁਣ ਵੱਖਰੀ ਕਿਸਮ ਦੇ ਵੀ ਤੇ ਬਣਾ ਕੇ ਰੱਖ ਲਏ ਨੇ ਨਾ। ਇਸ ਗੱਲ ਵੱਲ ਵੀ ਤੇ ਧਿਆਨ ਦੇ ਵੀ ਉਹ ਤਾਂ ਸਿੱਧਾ ਹੀ ਡਾਇਰੈਕਟ ਇੱਕ ਜੰਗਲ ਵਿੱਚ ਚਲਿਆ ਜਾਂਦਾ ਸੀ, ਉਜਾੜ ਬੀਆਬਾਨ, ਜਿੱਥੇ ਪਸ਼ੂ ਵਸਦੇ ਹੋਣ, ਪੰਛੀ ਰਹਿੰਦੇ ਹੋਣ, ਜਿੱਧਰ ਕੋਈ ਨਾ ਆਵੇ ਨਾ ਜਾਏ, ਉਹਨੂੰ ਡਿਸਟਰਬ ਨਾ ਕਰਿਓ ਆਪਣੀ ਮਨ ਮਰਜ਼ੀ ਦਾ। ਉਸ ਜਗ੍ਹਾ ਦੇ ਉੱਤੇ ਪ੍ਰਾਣਾਯਾਮ ਅਭਿਆਸ ਵਗੈਰਾ ਜੋ ਵੀ ਉਹਨ ਕਰਨਾ ਕਰ ਸਕੇ। ਪਰ ਤੂੰ ਉਸ ਜੰਗਲ 'ਚ ਨਹੀਂ ਗਿਆ, ਪਰ ਜੰਗਲ ਤੇ ਤੂੰ ਵੀ ਪੈਦਾ ਕਰ ਲਿਆ ਨਾ ਆਪਣੇ ਵਾਸਤੇ, ਕਿਉਂਕਿ ਚੱਲਿਆ ਤੇ ਤੂੰ ਵੀ ਆਪਣੇ ਆਪ ਤੋਂ ਬੇਖਬਰ ਹੋ ਕੇ ਬਾਹਰੋਂ ਹੀ ਰੱਬ ਵੇਖਣੇ ਨਾ। ਤੇ ਤੇਰੇ 'ਚ ਤੇ ਉਹਦੇ 'ਚ ਫਰਕ ਹੀ ਕੀ ਹੈ? ਕੀ ਗੁਰਬਾਣੀ ਕੱਲੀ ਉਸ ਆਦਮੀ ਨੂੰ ਹੀ ਸਮਝਾਉਂਦੀ ਹੈ ਵੀ ਜਿਹੜਾ ਜੰਗਲ 'ਚ ਭਟਕੇ, ਜਿਹੜਾ ਸੰਸਾਰ ਦੇ ਜੰਗਲ ਵਿੱਚ ਭਟਕਦਾ ਫਿਰਦਾ ਰੱਬ ਵੇਖਣ ਲਈ, ਆਪਣੇ ਆਪ ਨੂੰ ਸੁਧਾਰਨ ਦੀ ਬਜਾਏ, ਆਪੇ ਨੂੰ ਸਵਾਰਨ ਦੀ ਬਜਾਏ, ਗੁਰੂ ਦੇ ਸ਼ਬਦ ਰਾਹੀਂ ਆਪੇ ਨੂੰ ਜਾਣਨ ਦੀ ਬਜਾਏ, ਕਿ ਉਹ ਬੰਦਾ ਭਟਕਦਾ ਰਹੇ ਸਭ ਠੀਕ ਹੈ। ਜੋਗੀ ਜਾ ਰਿਹਾ ਉਹਦੇ ਲਈ ਉਪਦੇਸ਼ ਹੈ। ਕਿਤੇ ਐਸਾ ਤੇ ਨਹੀਂ ਵੀ ਅਸੀਂ ਇਹ ਭਰਮ ਪਾੜ ਲਿਆ ਵੀ ਅਸੀਂ ਕੋਈ ਵੀ ਕਰੀਏ, ਕੁਝ ਵੀ ਕਰੀਏ ਤੇ ਜਾਇਜ਼ ਹੋ ਜਾਂਦਾ ਹੈ, ਤੇ ਦੂਸਰਾ ਕਰਦਾ ਤੇ ਨਾਜਾਇਜ਼। ਇਸ ਕਰਕੇ ਜੋਗੀ ਦੀ ਸਾਖੀ ਬੜੀ ਚੰਗੀ ਲੱਗਦੀ ਹੈ ਸਾਡੇ ਕੰਨਾਂ ਨੂੰ, ਪਰ ਜਦੋਂ ਆਪਣੇ ਤੇ ਗੱਲ ਆ ਜਾਏ ਬੜੀ ਮੁਸ਼ਕਲ ਬਣ ਜਾਂਦੀ ਹੈ ਵੀ ਸਾਨੂੰ ਵੀ ਕਿਹਾ, ਇਹ ਕਿਵੇਂ ਹੋ ਸਕਦੀ ਹੈ ਗੱਲ? ਅਸੀਂ ਤੇ ਜਿੱਥੇ ਮਰਜ਼ੀ ਜਾ ਸਕਦੇ ਹਾਂ ਨਾ, ਕਿਉਂਕਿ ਸਾਨੂੰ ਕੀ ਜ਼ਰੂਰਤ ਹੈ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ 'ਚੋਂ ਰੱਬ ਨੂੰ ਖੋਜਣ ਤੇ ਭਾਲਣ ਦੀ, ਕਿ ਅਸੀਂ ਵੀ ਤੇ ਬਾਹਰ ਹੀ ਤੱਕਾਂਗੇ। ਜੋਗੀ ਤੱਕਦਾ ਤੇ ਪ੍ਰੋਬਲਮ ਹੈ, ਆਪ ਤੱਕਦੇ ਆ ਤੇ ਠੀਕ ਹੈ, ਧਰਮ ਹੈ। ਇਹ ਫਰਕ ਹੈ ਦੋਵਾਂ ਪੱਖਾਂ ਵਿੱਚ। ਖਿਮਾ ਕਰ ਦੇਣਾ, ਇਹ ਦੁਕਾਨਾਂ ਰੱਬ ਨੂੰ ਵਿਖਾਉਣ ਤੇ ਵੇਖਣ ਦੀਆਂ ਖੁੱਲਣੀਆਂ ਹੀ ਨਹੀਂ ਸਨ ਜੇ ਅਸੀਂ ਸਤਿਗੁਰੂ ਦੇ ਮੁਬਾਰਕ ਸਿਧਾਂਤ ਨੂੰ ਸਮਝ ਲੈਂਦੇ। ਬੰਦਾ ਬੰਦੇ ਦੀ ਸਹੀ ਮਾਇਨਿਆਂ 'ਚ ਰਿਸਪੈਕਟ ਕਰਦਾ, ਸੰਸਾਰ 'ਚ ਕੋਈ ਕਿਸੇ ਨਾਲ ਧੋਖਾ ਨਾ ਹੁੰਦਾ, ਕੋਈ ਕਿਸੇ ਦਾ ਗਲਾ ਨਾ ਕੱਟਦਾ, ਕੋਈ ਕਿਸੇ ਨਾਲ ਬੇਈਮਾਨੀ ਨਾ ਕਰਦਾ, ਧੱਕਾ ਇਨਸਾਨ ਹੈਵਾਨ ਨਾ ਬਣਦਾ। ਜੇ ਗੁਰਬਾਣੀ ਦੇ ਫੈਸਲੇ ਮੁਤਾਬਕ ਇਨਸਾਨ ਸੁਰਤੀ ਦੇ ਰਾਹੀਂ, ਸੁਰਤੀ ਦੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਆਪਣੇ ਹਿਰਦੇ 'ਚੋਂ ਕਰਦਾ, ਸਾਰੀ ਮਨੁੱਖਤਾ 'ਚੋਂ ਕਰਦਾ, ਉਹ ਤਾਂ ਅਸੀਂ ਫਿਰ ਵੀ ਨਾ ਬਣ ਪਾਏ, ਉਹ ਅਸੀਂ ਫਿਰ ਵੀ ਨਾ ਬਣ ਪਾਏ। ਹਾਂ, ਅਗਲਿਆਂ ਨੇ ਸਾਡੇ ਤੇ ਬਿੱਲੇ ਜ਼ਰੂਰ ਲਾ ਲਏ ਵੀ ਆਹ ਮੇਰੇ ਨੇ, ਆਹ ਮੇਰੇ ਨੇ, ਆਹ ਮੇਰੇ ਨੇ, ਔਰ ਆਹ ਮੇਰੇ ਭਗਤ ਨੇ, ਇਹਨਾਂ ਨੂੰ ਮੈਂ ਰੱਬ ਵਿਖਾਇਆ, ਆਹ ਮੇਰੇ ਭਗਤ ਨੇ, ਇਹਨਾਂ ਦੇ ਮਨ ਮੈਂ ਸ਼ਾਂਤ। ਆਪਣੇ ਆਪਣੇ ਬਿੱਲੇ ਸਾਡੇ ਤੇ ਟੰਗ ਦਿੱਤੇ ਨੇ। ਹੁਣ ਅਸੀਂ ਵੱਖਰੇ ਵੱਖਰੇ ਝੰਡੇ ਚੁੱਕ ਕੇ ਸੰਸਾਰ ਵਿੱਚ ਤੁਰੇ ਫਿਰਦੇ ਹਾਂ। ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ, ਚੀਤ ਜਾਣਨਾ ਸੀ ਸਾਰਿਆਂ ਨੂੰ ਏਕ ਜੋਤ, ਹੋਰ ਹੀ ਉਲਝਣ ਖੜੀ ਹੋ ਗਈ। ਹੁਣ ਬਿੱਲੇ ਹੀ ਇੰਨੇ ਲੱਗ ਗਏ ਨੇ, ਕੌਣ ਕਿਹਨੂੰ ਪ੍ਰਵਾਨ ਕਰਦਾ? ਕੋਈ ਨਹੀਂ ਕਰਦਾ। ਹੁਣ ਤਾਂ ਅਗਲੇ ਪੁੱਛਦੇ ਨੇ, ਬੱਸ ਸਟੈਂਡ ਤੋਂ, ਬੱਸ ਤੋਂ ਉਤਰਨ ਵਾਲੀ ਸਵਾਰੀ ਨੂੰ ਪੁੱਛਦੇ ਨੇ, ਏਅਰਪੋਰਟ ਤੇ ਪੁੱਛਦੇ ਨੇ, ਟ੍ਰੇਨ ਤੋਂ ਉਤਰਨ ਵਾਲੀ ਸਵਾਰੀ ਨੂੰ ਸਟੇਸ਼ਨ ਤੋਂ ਪੁੱਛਦੇ ਨੇ ਵੀ ਤੁਸੀਂ ਸਾਡੇ ਹੀ ਬਾਬੇ ਦੀ ਸੰਗਤ ਹੋ? ਜੇ ਸਾਡੇ ਬਾਬੇ ਦੀ ਸੰਗਤ ਹੋ ਤੇ ਗੱਡੀ 'ਚ ਬਹਿ ਜਾਓ, ਨਹੀਂ ਤੇ ਆਪਣਾ ਪ੍ਰਬੰਧ ਕਰ ਲਓ, ਕਿਉਂਕਿ ਸਾਨੂੰ ਤਾਂ ਉਹ ਚਾਹੀਦੇ ਨੇ ਜਿਨ੍ਹਾਂ ਤੇ ਸਾਡੇ ਵਰਗਾ ਬਿੱਲਾ ਲੱਗਾ ਹੋਵੇ। ਕਿੱਡੀ ਹੈਰਾਨੀ ਦੀ ਗੱਲ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਆਖਦੀ ਏ, ਉਹਦਾ ਆਕਾਰ ਇਹ ਸਾਰਾ ਸੰਸਾਰ ਹੈ, ਉਹਦਾ ਆਪਣਾ ਕੋਈ ਆਕਾਰ ਨਹੀਂ, ਇਹ ਸਾਰਾ ਸੰਸਾਰ ਉਸਦਾ ਹੈ, ਇਹ ਉਹਦਾ ਰੂਪ ਹੈ। ਇਹਨੂੰ ਦੋ ਹਿੱਸਿਆਂ 'ਚ ਬਾਣੀ ਨੇ ਵੰਡਿਆ, ਇੱਕ ਨਿਰਗੁਣ ਜਿਹਦੇ 'ਚ ਰੂਪ ਰੰਗ ਆਕਾਰ, ਜਿਹਨੂੰ ਰੇਖ ਕਿਹਾ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਦੇ ਅੰਦਰ, ਰੂਪ ਨਾ ਰੇਖ ਨਾ ਰੰਗ ਕਿਛ, ਜਿਹਦਾ ਆਪਣਾ ਵਜੂਦ, ਆਪਣਾ ਸਰੂਪ, ਆਪਣੀ ਹਸਤੀ, ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਨਿਰਗੁਣ। ਤੇ ਸਰਗੁਣ ਇਹ ਵੀ ਉਹ ਮੇਰੇ 'ਚ ਵੀ ਹੈ, ਤੁਹਾਡੇ 'ਚ ਵੀ ਹੈ, ਸਾਰੇ ਸੰਸਾਰ ਵਿੱਚ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ, ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਇਹ ਸਾਰਾ ਸੰਸਾਰ ਹੀ ਉਹਦਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਸਾਨੂੰ ਕਹਿੰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਾਰਾ ਸੰਸਾਰ ਹੀ ਉਹਦਾ, ਇਹਨੂੰ ਰੱਬ ਦਾ ਹੀ ਰੂਪ ਜਾਣੋ। ਇਸ ਕਰਕੇ ਮਨੁੱਖੀ ਗੁਣ ਆਪਣੇ ਜੀਵਨ ਅੰਦਰ ਲਿਆ ਕੇ ਮਨੁੱਖਤਾ ਦੀ ਸੇਵਾ ਵੱਲ ਵਧੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਅਛਲ, ਅਛਲ ਦਾ ਅਰਥ ਹੈ ਜਿਹੜਾ
ਛਲਿਆ ਨਹੀਂ ਜਾਂਦਾ, ਜਿਹਦੇ ਤੇ ਕਪਟ ਨਹੀਂ ਚੱਲਦਾ, ਜਿਹਦੇ ਤੇ ਛਲ ਚਤੁਰਾਈਆਂ ਨਹੀਂ ਚੱਲਦੀਆਂ। ਵੈਸੇ ਕੀ ਮਨੁੱਖ ਰੱਬ ਨਾਲ ਚਤੁਰਾਈ ਤੇ ਛਲ ਕਰ ਸਕਦਾ? ਗੁਰੂ ਸਾਹਿਬ ਜੀ ਨੇ ਬਾਣੀ ਚ ਆਖਿਆ, ਬੰਦਾ ਤਾਂ ਆਪਣੇ ਪੂਰੇ ਯਤਨ ਵਿੱਚ ਕਿ ਮੈਂ ਉਹਨੂੰ ਛਲ ਲਵਾਂ, ਮੈਂ ਆਪਣੇ ਕਪਟ ਨਾਲ ਉਹਨੂੰ ਖੁਸ਼ ਕਰ ਲਵਾਂ। ਜਦੋਂ ਅਸੀਂ ਸੋਚਦੇ ਹਾਂ ਨਾ ਵੀ ਆਪਣੇ ਉਹ ਕਿਹੜਾ ਵੇਖਦਾ ਸਾਨੂੰ। ਮੈਂ ਇੱਕ ਬਚਨ ਪੜ੍ਹਿਆ ਸੀ ਕਿਤੇ ਵੀ, ਜਦੋਂ ਬੰਦਾ ਅਰਦਾਸ ਕਰਦਾ ਹੈ ਤੇ ਇਵੇਂ ਮਹਿਸੂਸ ਕਰਦਾ ਹੈ ਵੀ ਰੱਬ ਮੇਰੀ ਹੀ ਗੱਲ ਸੁਣ ਰਿਹਾ, ਤੇ ਜਦੋਂ ਬੰਦਾ ਪਾਪ ਕਰਦਾ ਉਦੋਂ ਸੋਚਦਾ ਹੈ ਵੀ ਹੁਣ ਉਹ ਕਿਹੜਾ ਵੇਖਦਾ। ਜਦੋਂ ਅਰਦਾਸ ਕਰਦਾ ਨਾ ਉਦੋਂ ਉਹਦੀ ਭਾਵਨਾ ਹੁੰਦੀ ਹੈ ਵੀ ਰੱਬ ਬਹੁਤ ਨੇੜੇ ਹੈ ਤੇ ਮੇਰੀ ਗੱਲ ਸੁਣੇਗਾ ਤੇ ਮੰਨ ਲਏਗਾ। ਜਦੋਂ ਲੋੜ ਏ, ਅਰਦਾਸ ਹੋ ਰਹੀ ਏ, ਉਦੋਂ ਰੱਬ ਨੇੜੇ ਹੈ। ਜਦੋਂ ਗੁਨਾਹ ਕਰ ਰਿਹਾ ਉਦੋਂ ਸੋਚਦਾ ਕਿਹੜਾ ਵੇਖਦਾ ਹੈ, ਉਹਨੂੰ ਕੀ ਪਤਾ ਲੱਗਣਾ। ਧਰਮ ਸਥਾਨ ਤੇ ਕੋਹਾਂ ਦੂਰ ਏ, ਉਦੋਂ ਰੱਬ ਦੂਰ। ਜਦੋਂ ਅਰਦਾਸ ਉਦੋਂ ਰੱਬ ਨੇੜੇ, ਜਦੋਂ ਪਾਪ ਕਰਨਾ ਉਦੋਂ ਰੱਬ ਦੂਰ ਹੈ। ਇਹ ਦੋਵੇਂ ਖਿਆਲ ਬੰਦੇ ਦੇ ਮਨ ਅੰਦਰ ਭਰੇ ਪਏ ਨੇ। ਪਰ ਗੁਰੂ ਨੇ ਬਾਣੀ ਚ ਕਿਹਾ, ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਜੇ ਨੇੜੇ ਵੇਖਦਾ ਹੋਵੇ, ਨੇੜੇ ਮਹਿਸੂਸ ਕਰਦਾ ਹੋਵੇ ਤੂੰ ਨੀਰਾ ਹੂੰ ਤੇ ਨੇਰਾ, ਫਿਰ ਬੁਰਾ ਕਰ ਹੀ ਨਹੀਂ ਸਕਦਾ। ਫਿਰ ਤਾਂ ਇਹ ਸਮਝੇਗਾ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਤੇ ਮੇਰੇ ਨਾਲ ਵਸਦਾ ਹੈ ਤੇ ਤੂੰ ਮੇਰੇ ਕਰਮਾਂ ਦਾ ਜਾਣੂ ਹੈ, ਇਸ ਕਰਕੇ ਮੈਂ ਤੈਨੂੰ ਜਵਾਬ ਦਿਆਂ, ਮੈਂ ਤਾਂ ਤੇਰੇ ਅਦਬ ਵਿੱਚ ਜਿਉਣਾ। ਇਹ ਛਲ ਹੀ ਹੈ ਨਾ, ਇਹ ਕਪਟ ਹੀ ਹੈ ਨਾ ਵੀ ਬੰਦਾ ਉਹਨੂੰ ਦੂਰ ਸਮਝਦਾ। ਇਹ ਛਲ ਕਰਦਾ ਵੀ ਉਹ ਕਿਹੜਾ ਵੇਖਦਾ, ਆਪਣੀ ਚਤੁਰਾਈ ਨੂੰ ਪਹਿਲ ਦਿੰਦਾ। ਔਰ ਦੂਸਰੀ ਗੱਲ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਹਿਣਾ ਵੀ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੰਦਾ ਬਾਹਰੋਂ ਧਿਆਨ ਲਾ ਕੇ ਅੱਖਾਂ ਬੰਦ ਕਰਕੇ ਸਰੀਰ ਨੂੰ ਬਿਨਾਂ ਹਿਲਾਏ ਜੁਲਾਏ ਸੋਚਦਾ ਰੱਬ ਖੁਸ਼ ਹੋਏਗਾ। ਇਵੇਂ ਸਮਝਦਾ ਵੀ ਰੱਬ ਨੂੰ ਕੀ ਪਤਾ ਹੈ, ਹੁਣ ਤਾਂ ਮੇਰੀ ਬੋਡੀ ਦਾ ਇਸ ਤਰ੍ਹਾਂ ਦਾ ਆਕਾਰ ਵਿਹਾਰ ਵੇਖ ਕੇ ਸਮਝ ਆਣਾ ਵੀ ਬੜਾ ਭਗਤੀ ਕਰ ਰਿਹਾ ਬਈ, ਇਹਦਾ ਕੁਝ ਸੋਚਣਾ ਚਾਹੀਦਾ। ਉਹਨੂੰ ਕੀ ਪਤਾ ਮੇਰੇ ਮਨ ਚ ਕੀ ਚੱਲਦਾ, ਮਨ ਚ ਜੋ ਮਰਜ਼ੀ ਚੱਲੀ ਜਾਏ। ਇਹੋ ਫਰਕ ਹੈ ਨਾ। ਇਹਦਾ ਮਤਲਬ ਬੰਦਾ ਰੱਬ ਨਾਲ ਚਤੁਰਾਈ ਕਰਦਾ ਹੈ। ਮੈਂ ਬਾਹਰੋਂ ਜੋ ਵੇਸ ਕਰਾਂ, ਤਾਂ ਹੀ ਮਹਾਰਾਜ ਨੇ ਕਿਹਾ ਛੋਡੋ ਵੇਸ ਭੇਖ ਚਤੁਰਾਈ। ਵੇਸ ਭੇਖ ਦੀ ਚਤੁਰਾਈ ਨੂੰ ਛੱਡ ਦੇ, ਦੁਬਦਾ ਇਹ ਫਲ ਨਾਹੀ ਜਿਉ। ਅੰਦਰੋਂ ਤੂੰ ਹੋ ਰਿਹਾ, ਬਾਹਰੋਂ ਤੂੰ ਹੋ ਰਿਹਾ, ਤੂੰ ਅਣਜਾਣ ਹੈ, ਤੂੰ ਧੋਖਾ ਦੇਣ ਦੀ ਉਹਨੂੰ ਕੋਸ਼ਿਸ਼ ਨਾ ਕਰ। ਤਾਂ ਹੀ ਉਹ ਬਾਣੀ ਨੇ ਕਿਹਾ ਲੋਕ ਪਤੀਣੈ ਕਛੂ ਨਾ ਹੋਵੇ ਨਾ ਹੀ ਰਾਮ ਅਯਾਨਾ। ਉਹ ਕੋਈ ਅਣਜਾਣ ਨਹੀਂ ਹੈ ਵੀ ਜਿਹਨੂੰ ਤੂੰ ਭੁਲੇਖੇ ਚ ਪਾ ਲਵੇਂ। ਇਸ ਕਰਕੇ ਸ਼ਬਦ ਵਰਤੇ ਅਛਲ, ਛਲਿਆ ਨਹੀਂ ਜਾਂਦਾ, ਉਹ ਠੱਗਿਆ ਨਹੀਂ ਜਾਂਦਾ, ਉਹਦੇ ਨਾਲ ਕਪਟ ਨਹੀਂ ਹੋ ਸਕਦਾ, ਉਹਨੂੰ ਭੁਲੇਖਾ ਨਹੀਂ ਦਿੱਤਾ ਜਾ ਸਕਦਾ, ਉਹਦੇ ਨਾਲ ਚਤੁਰਾਈਆਂ ਨਹੀਂ ਚੱਲਣਗੀਆਂ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨਾ ਸਮਝ ਲੈ ਇਹ ਗੱਲ ਬੜੀ ਚੰਗੀ ਤਰ੍ਹਾਂ, ਤੂੰ ਉਹਦੇ ਨਾਲ ਚਤੁਰਾਈ ਕਰਨ ਦੀ ਕੋਸ਼ਿਸ਼ ਤੇ ਕਰਦਾ ਹੈ, ਆਪਣੇ ਵੱਲੋਂ ਤਾਂ ਤੂੰ ਬੜੀ ਅਕਲਮੰਦੀ ਵਰਤਦਾ ਹੈ, ਪਰ ਯਾਦ ਰੱਖ ਉਹ ਤੇਰੀ ਇਸ ਚਤੁਰਾਈ ਨੂੰ ਜਾਣਦਾ ਹੈ, ਤੇਰੇ ਛਲ ਦਾ ਕੋਈ ਮਤਲਬ ਨਹੀਂ। ਇਸ ਕਰਕੇ ਤੂੰ ਆਪਣਾ ਹੀ ਵਿਖਾਵਾ ਕਰਦਾ ਵੀ ਮੈਂ ਕੀ ਹਾਂ। ਪਰ ਦੁਨੀਆ ਵੀ ਅਜੀਬ ਹੈ, ਉਹ ਜਿਸ ਗੁਰੂ ਅੱਗੇ ਸਿਰ ਨਿਵਾਉਂਦੀ ਉਸ ਗੁਰੂ ਨਾਲ ਵੀ ਡਾਢੀਆਂ ਚਤੁਰਾਈਆਂ ਕਰਦੀ ਹੈ, ਤੇ ਜਿਸ ਰੱਬ ਨੂੰ ਮੰਨਣ ਦਾ ਦਾਅਵਾ ਕਰਕੇ ਆਸਤਕ ਖਵਾਉਂਦੀ ਉਸ ਰੱਬ ਨਾਲ ਵੀ ਡਾਢੀਆਂ ਚਤੁਰਾਈਆਂ ਹੀ ਕਰਦੀ ਹੈ। ਗੁਰੂ ਨਾਲ ਸੰਸਾਰ ਦੇ ਲੋਕਾਂ ਦੀ ਚਤੁਰਾਈ ਹੈ। ਮੈਂ ਇੱਕ ਵਾਰ ਇਹ ਬਚਨ ਸਾਂਝਾ ਕੀਤਾ ਸੀ, ਕਿਸੇ ਦੇ ਘਰ ਵਿੱਚ ਗੁਰਬਾਣੀ ਦਾ ਪਾਠ, ਜਿਹਨੂੰ ਲੜੀਵਾਰ ਰੈਗੂਲਰ ਪੜ੍ਹਿਆ ਜਾਣ ਵਾਲਾ ਪਾਠ, ਜਿਹਨੂੰ ਅਸੀਂ ਸ਼੍ਰੀ ਅਖੰਡ ਪਾਠ ਆਖਦੇ ਹਾਂ, ਉਹ ਪਾਠ ਆਰੰਭ ਹੋਣਾ ਸੀ ਤੇ ਭਾਈ ਸਾਹਿਬ ਨੂੰ ਉਚੇਚੀ ਹਦਾਇਤ ਕੀਤੀ ਘਰ ਵਾਲਿਆਂ ਨੇ, ਕਹਿੰਦੇ ਵੀ ਚੰਗੇ ਬਾਣੀ ਪੜ੍ਹਨ ਵਾਲੇ ਪਾਠੀ ਸਿੰਘ ਲੈ ਕੇ ਆਉਣਾ। ਉਦਾਹਰਣ ਮਾਤਰ ਦੇ ਰਹੇ ਹਾਂ ਵੀ ਕਿਸ ਤਰ੍ਹਾਂ ਅਸੀਂ ਚਤੁਰਾਈ, ਕਿਸ ਤਰ੍ਹਾਂ ਦੀ ਅਸੀਂ ਕਪਟ ਆਪਣੇ ਅੰਦਰ ਰੱਖਦੇ ਹਾਂ ਔਰ ਸੋਚਦੇ ਹਾਂ ਵੀ ਇਹ ਕੁਝ ਸਾਡੇ ਅੰਦਰ ਹੀ ਹੈ, ਤੇ ਗੁਰੂ ਨੂੰ ਕੀ ਪਤਾ ਹੈ। ਅਸੀਂ ਬਾਹਰੋਂ ਪੂਜਾ ਭੇਟਾ ਦੇ ਕੇ, ਬਾਹਰ ਦੇ ਸਾਧਨ ਯਤਨਾਂ ਦੇ ਨਾਲ ਗੁਰੂ ਨੂੰ ਤੇ ਖੁਸ਼ ਕਰ ਹੀ ਲੈਣਾ ਹੈ, ਕਿਉਂਕਿ ਗੁਰੂ ਨੂੰ ਅਸੀਂ ਮਾਇਆ ਨਾਲ ਵੀ ਤੋਲਣ ਦੀ ਯਤਨ ਦੇ ਵਿੱਚ ਹੁੰਦੇ ਆ ਨਾ, ਵਿਖਾਵੇ ਮਾਤਰ। ਹੁਣ ਭਾਈ ਸਾਹਿਬ ਜੀ ਸੋਚਿਆ ਵੀ ਚਲੋ ਕੋਈ ਤੇ ਹੈ ਜਿਹਨੇ ਇਹ ਡਿਮਾਂਡ ਕੀਤੀ ਏ ਵੀ ਸਾਡੇ ਘਰ ਦੇ ਅੰਦਰ ਜਿਹੜੇ ਪਾਠ ਕਰਨ ਵਾਲੇ ਸੱਜਣ ਆਉਣ, ਉਹ ਉੱਚੀ ਬੋਲ ਕੇ ਸੁਣਾ ਕੇ ਤੇ ਸ਼ੁੱਧ ਪਾਠ ਕਰਨ ਵਾਲੇ ਹੋਣ। ਇਹ ਡਿਮਾਂਡ ਕੀਤੀ ਪਰਿਵਾਰ। ਖੈਰ ਬੰਦੇ ਲੱਭ ਲੈ ਜਿਹੜੇ ਭਾਈ ਬੋਲ ਕੇ ਸ਼ੁੱਧ ਪਾਠ ਕਰ ਸਕਦੇ ਨੇ, ਸੁਣਾ ਸਕਦੇ ਨੇ, ਉਹੀ
ਉਹਨਾਂ ਦੇ ਘਰ ਦੇ ਵਿੱਚ ਪਾਠ ਦੀ ਸੇਵਾ ਨਿਭਾਉਣਗੇ, ਲੈ ਆਂਦੇ ਗਏ, ਪਰ ਬੈਠਾ ਕੋਈ ਨਾ। ਕਿੰਨਾ ਸਮਾਂ ਲੰਘ ਗਿਆ, ਉਹਦੇ ਮਨ ਚ ਆਇਆ ਵੀ ਇਹਨਾਂ ਨੇ ਸਪੈਸ਼ਲੀ ਗੱਲ ਕਹੀ ਸੀ, ਉਚੇਚੀ ਗੱਲ ਕਹੀ ਵੀ ਪਾਠ ਕਰਨ ਵਾਲੇ ਉਹ ਸੱਜਣ ਲਿਆਓ ਜਿਹੜੇ ਸ਼ੁੱਧ ਪਾਠ ਕਰਦੇ ਹੋਣ, ਬੋਲ ਕੇ ਵਧੀਆ ਪਾਠ ਕਰਦੇ ਹੋਣ। ਪਰ ਬੈਠਾ ਤੇ ਕੋਈ ਵੀ ਨਹੀਂ ਕੱਲ ਦਾ। ਅੱਜ ਦੂਜਾ ਦਿਨ ਹੋ ਗਿਆ, ਕੱਲ ਨੂੰ ਸਮਾਪਤੀ ਹੋ ਜਾਏਗੀ ਤੇ ਅੱਧਾ ਸਮਾਂ ਤੇ ਲੰਘ ਗਿਆ। ਵੀ ਵਜ੍ਹਾ ਕੀ ਹੋ ਸਕਦੀ ਹੈ? ਘਰ ਵਾਲਿਆਂ ਨੂੰ ਪੁੱਛਿਆ, ਕਹਿੰਦੇ ਜੀ ਤੁਸੀਂ ਬੈਠੇ ਕਿਉਂ ਨਹੀਂ? ਤੁਸੀਂ ਚੇਚਾ ਕਿਹਾ ਸੀ ਮੈਂ ਬੜੇ ਸਿਆਣੇ ਪਾਠੀ ਸਿੰਘ ਲੱਭ ਕੇ ਲਿਆਇਆ ਜਿਹੜੇ ਸ਼ੁੱਧ ਪਾਠ ਕਰਨ ਵਾਲੇ ਨੇ, ਬਾਣੀ ਦੇ ਜਾਣਕਾਰ ਨੇ, ਪਾਠ ਬੋਲ ਕੇ ਸੁਣਾ ਕੇ, ਕਿ ਤੁਸੀਂ ਬੈਠੇ ਤਾਂ ਹੈ ਨਹੀਂ। ਕਿਹਾ ਤੁਸੀਂ ਬੜਾ ਉਚੇਚਾ ਮੈਨੂੰ। ਕਹਿਣ ਲੱਗੇ ਜੀ ਉਹ ਤੇ ਤਾਂ ਕਿਹਾ ਵੀ ਜੇ ਪਾਠ ਸ਼ੁੱਧ ਹੋਏਗਾ ਤੇ ਸਾਨੂੰ ਫਲ ਲੱਗੇਗਾ ਨਾ, ਜੇ ਪਾਠ ਹੀ ਗਲਤ ਹੋਇਆ ਤੇ। ਕਹਿਣ ਲੱਗੇ ਇਹਦਾ ਮਤਲਬ ਹੈ ਜੇ ਪਾਠ ਗਲਤ ਹੋਇਆ ਤੇ ਫਿਰ ਕਹਿਣ ਲੱਗੇ ਫਿਰ ਪਾਠੀਆਂ ਨੂੰ ਪਾਪ ਲੱਗੇਗਾ। ਜੇ ਪਾਠ ਸ਼ੁੱਧ ਹੁੰਦਾ ਹੈ ਤੇ ਫਲ ਸਾਨੂੰ ਲੱਗੇਗਾ, ਤੇ ਜੇ ਕੋਈ ਗਲਤ ਕਰਦਾ ਹੈ ਤੇ ਆਪੇ ਪਾਠੀ ਭੁਗਤੇ। ਹੁਣ ਇਹ ਕਿੱਡੀ ਵੱਡੀ ਚਤੁਰਾਈ ਹੈ ਵੀ ਪਾਠ ਸ਼ੁੱਧ ਹੋ ਜਾਏ ਕਿਉਂਕਿ ਅਸਾਂ ਭੇਟਾ ਦਿੱਤੀ, ਫਲ ਸਾਡਾ। ਤੇ ਜੇ ਅਣਜਾਣ ਪੁਣੇ ਚ ਗਲਤੀ ਹੋ ਜਾਏ ਜਾਂ ਕੋਈ ਜਾਣਬੁੱਝ ਕੇ ਵੀ ਕਰ ਜਾਏ ਤੇ ਸਾਡਾ ਕੀ ਹੈ ਜੀ? ਆਪਾਂ ਤਾਂ ਭੇਟਾ ਦਿੱਤੀ, ਆਪੇ ਪਾਠੀ ਨੂੰ ਪਾਪ ਲੱਗੇ, ਉਹ ਨਰਕਾਂ ਦਾ ਅਧਿਕਾਰੀ ਬਣੇ, ਉਹ ਦੇਣਦਾਰ ਬਣੇ। ਫਿਰ ਉਦੋਂ ਪਾਪ ਦਾ ਹਿੱਸਾ ਕੌਣ ਵੰਡਾਏਗਾ? ਸ਼ੁੱਧ ਪਾਠ ਦਾ ਸਾਰਾ ਫਲ ਲੈ ਲਿਆ, ਕ੍ਰੈਡਿਟ ਆਪ ਲੈ ਲਿਆ, ਨੁਕਸਾਨ ਪਾਠੀ ਦੇ ਖਾਤੇ ਪਾ ਦਿੱਤਾ ਕਿਉਂਕਿ ਭੇਟਾ ਦਿੱਤੀ ਹੈ। ਹੁਣ ਇਹ ਚਤੁਰਾਈ ਹੈ ਬੰਦੇ ਦੀ ਵੀ ਜਾਂ ਤਾਂ ਫਿਰ ਪੁੰਨ ਵੀ ਅੱਧਾ ਅੱਧਾ ਹੋਣਾ ਚਾਹੀਦਾ। ਜੇ ਸਾਡੀ ਸੋਚ ਹੈ ਨਾ ਪੁੰਨ ਪਾਪ ਵਿੱਚ ਉਲਝੀ ਹੋਈ ਤੇ ਫਿਰ ਪੁੰਨ ਵੀ ਅੱਧਾ ਅੱਧਾ ਕਰੋ ਤੇ ਪਾਪ ਵੀ ਅੱਧਾ ਅੱਧਾ ਕਰੋ। ਫਿਰ ਇਹਦਾ ਮਤਲਬ ਇਹ ਵੀ ਘਾਟਾ ਝੱਲਣ ਨੂੰ ਪਾਠ ਕਰਨ ਵਾਲਾ ਤੇ ਲਾਭ ਲੈਣ ਵਾਸਤੇ ਟੱਬਰ ਸਾਰਾ, ਭਾਵੇਂ ਉਹ ਸੁਣੇ ਚਾਹੇ ਨਾ ਸੁਣੇ, ਕਿਉਂਕਿ ਉਹਨ ਪੈਸੇ ਖਰਚੇ ਨੇ। ਇਹ ਹੈ ਸਾਡੇ ਅੰਦਰ ਦਾ ਕਪਟ ਵੀ ਸਾਨੂੰ ਗੁਰੂ ਦੀ ਬਾਣੀ ਦੇ ਨਾਲ ਸਾਂਝ ਨਾ ਬਣਾਉਣੀ ਪਵੇ। ਅਸੀਂ ਭਾਵੇਂ ਜਿਹੋ ਜਿਹੇ ਮਰਜ਼ੀ ਹੋਈਏ, ਬਸ ਗੁਰੂ ਦੀ ਬਖਸ਼ਿਸ਼ ਰੈਡੀਮੇਡ ਤੌਰ ਤੇ ਸਾਡੀ ਝੋਲੀ ਵਿੱਚ ਪੈ ਜਾਏ। ਇਹ ਤੌਰ ਵਰਤ ਲਿਆ, ਤਰੀਕਾ ਵਰਤ ਲਿਆ। ਗੁਰੂ ਕਹਿੰਦੇ ਕਿਹਨੂੰ ਛਲਦਾ ਹੈ, ਕਿਹਨੂੰ ਧੋਖੇ ਦੇਣਾ ਹੈ? ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ, ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਉਹਨੂੰ ਛਲਿਆ ਨਹੀਂ ਜਾ ਸਕਦਾ। ਇਹ ਤੂੰ ਆਪਣੇ ਆਪ ਨਾਲ ਛਲ ਕਰਦਾ ਭਲਿਆ। ਇਸ ਤਰ੍ਹਾਂ ਦੇ ਕਰਮ ਕਰਕੇ ਇਹ ਕਪਟ ਤੂੰ ਕਿਸੇ ਨਾਲ ਨਹੀਂ ਕਮਾ ਰਿਹਾ, ਆਪਣੇ ਆਪ ਨਾਲ ਕਮਾ ਰਿਹਾ। ਇਹ ਧੋਖਾ ਤੂੰ ਆਪਣੇ ਆਪ ਨੂੰ ਦੇ ਰਿਹਾ। ਇਹ ਚਾਲਬਾਜ਼ੀਆਂ ਤੇਰੇ ਜੀਵਨ ਨੂੰ ਮਹਿੰਗੀਆਂ ਪੈਣਗੀਆਂ, ਇਹਦਾ ਅਸਰ ਉਹਦੇ ਉੱਤੇ ਕੋਈ ਨਹੀਂ। ਇਸ ਕਰਕੇ ਦਾਤਾਰ ਕਹਿੰਦੇ ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸ਼ੀ। ਪੂਰਨ ਦਾ ਅਰਥ ਹੈ ਸਭਨਾ ਵਿੱਚ ਤੂੰ ਸਮਾਇਆ ਤੇ ਨਾਸ਼ ਤੇਰਾ ਹੁੰਦਾ ਨਹੀਂ। ਤੂੰ ਅਬਿਨਾਸ਼ੀ ਹੈ, ਤੂੰ ਮਰਦਾ ਨਹੀਂ, ਤੂੰ ਮੁੱਕਦਾ ਨਹੀਂ, ਤੂੰ ਖਤਮ ਨਹੀਂ ਹੁੰਦਾ, ਤੂੰ ਪੁਰਾਣਾ ਨਹੀਂ ਹੁੰਦਾ। ਇਸ ਕਰਕੇ ਤੇਰਾ ਵਿਨਾਸ਼ ਨਾਸ਼ ਕੋਈ ਨਹੀਂ, ਤੂੰ ਸਦੀਵ ਕਾਲ ਹੈ, ਸਦਾ ਰਹਿਣ ਵਾਲਾ ਹੈ। ਜਿਹਨੂੰ ਸਤਿਗੁਰੂ ਸ਼ਲੋਕ ਵਿੱਚ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੈ ਤੂੰ ਹੈ, ਤੂੰ ਹੋਵਨਹਾਰ। ਸਤਿਗੁਰੂ ਕਹਿੰਦੇ ਤੂੰ ਹੀ ਹੈ ਤੇ ਤੂੰ ਹੀ ਹੋਏਗਾ, ਤੇਰਾ ਤੇ ਨਾਸ਼ ਹੀ ਕਦੇ ਨਹੀਂ। ਤੂੰ ਨਿਰੰਤਰ ਹੈ, ਸਦਾ ਲਈ, ਸਮੇਂ ਦੀ ਬੰਦਿਸ਼ ਤੋਂ ਪਰੇ। ਇਸ ਕਰਕੇ ਹਜ਼ੂਰ ਆਖਦੇ ਨੇ ਹਰਖਵੰਤ। ਹਰਖਵੰਤ ਦਾ ਅਰਥ ਹੈ ਸਦਾ ਖੁਸ਼ੀ ਵਿੱਚ, ਖੇੜੇ ਚ ਰਹਿਣ ਵਾਲਾ। ਤੇਰੀ ਪ੍ਰਵਿਰਤੀ ਵਿੱਚ, ਤੇਰੇ ਸੁਭਾਅ ਵਿੱਚ, ਤੇਰੇ ਵਜੂਦ ਵਿੱਚ ਕ੍ਰੋਧ ਨਹੀਂ, ਉਦਾਸੀ ਨਹੀਂ, ਮਾਯੂਸੀ ਨਹੀਂ। ਇਸੇ ਕਰਕੇ ਸ਼ਬਦ ਵਰਤਿਆ ਨਾਨਕ ਭਗਤਾਂ ਸਦਾ ਵਿਗਾਸ। ਜਿਹੜਾ ਉਹਦੇ ਗੁਣਾਂ ਨਾਲ, ਉਹਦੀ ਹੋਂਦ ਨਾਲ ਜੁੜਦਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੁੰਦਾ ਹੈ ਮਨ ਕਰਕੇ, ਉਹਦੇ ਜੀਵਨ ਵਿੱਚ ਵੀ ਮਾਯੂਸੀ ਕੋਈ ਨਹੀਂ। ਉਹ ਵੀ ਖੇੜੇ 'ਚ, ਕਿਉਂਕਿ ਉਹਦਾ ਮਾਲਕ ਖੇੜੇ 'ਚ ਤੇ ਉਹ ਵੀ ਖੇੜੇ 'ਚ। ਮਾਲਕ ਦੇ ਗੁਣ ਹੀ ਸੇਵਕ ਵਿੱਚ ਆਉਣਗੇ ਨਾ। ਜੋ ਮਾਲਕ ਦੇ ਅੰਦਰ ਸੁਭਾਅ ਉਹ ਹੀ ਸੇਵਕ ਦੇ ਅੰਦਰ ਆਏਗਾ। ਜੇ ਮਾਲਕ ਰੋਂਦੂ ਏ ਤੇ ਨੌਕਰ ਨੂੰ ਖੁਸ਼ੀ ਕਿੱਥੋਂ ਮਿਲ ਸਕਦੀ ਹੈ? ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤੇ ਇਸ ਦਾ ਨਫਰ ਕਿੱਥੋਂ ਰੱਜ ਖਾਏ? ਮਾਲਕ ਦੇ ਘਰ ਰੋਟੀ ਨਾ ਪਕੇ ਤੇ ਨੌਕਰ ਨੇ ਪਕਵਾਨ ਕਿੱਥੋਂ ਖਾ ਲੈਣੇ ਨੇ? ਉਹ ਵੀ ਤੇ ਭੁੱਖਾ ਹੀ ਮਰੇਗਾ ਨਾ। ਭੁੱਖੇ ਮਾਲਕ ਕੋਲ ਰਹਿ ਕੇ ਉਹਨੇ ਭੁੱਖਾ ਹੀ ਮਰਨਾ ਹੈ। ਗੁਰੂ ਨੇ ਸ਼ਬਦ ਚੇਤੇ ਕਰਾਇਆ, ਕਹਿੰਦੇ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤੇ ਇਸ ਦਾ ਨਫਰ ਕਿੱਥੋਂ ਰੱਜ ਖਾਏ? ਜੇ ਸਾਹਿਬ ਕੇ ਘਰ ਵਤ ਹੋਵੇ ਸੋ ਨਫਰੇ ਹੱਥ ਆਵੇ। ਅਣਹੋਂਦੀ ਕਿੱਥੋਂ ਪਾਏ? ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ।
ਮਹਾਰਾਜ ਕਹਿੰਦੇ ਨੇ ਜਿਹਦੀ ਘਾਲਣਾ ਦੇ ਵਿੱਚੋਂ ਫਿਰ ਵੀ ਜਵਾਬ ਤਲਬੀ ਹੋਣੀ ਹੈ ਤੇ ਝੂਠੇ ਹੀ ਪੈ ਜਾਣਾ ਹੈ, ਕੀ ਲੈਣਾ ਐਸੀ ਸੇਵਾ ਤੋਂ? ਮਤਲਬ ਕੀ ਉਸ ਸੇਵਾ ਦਾ? ਉਹ ਤਾਂ ਔਖਿਆਂ ਕਰਨ ਵਾਲੀ ਕਾਰ ਹੈ ਵੀ ਸਮਾਂ ਵੀ ਗਵਾ ਲਿਆ, ਪ੍ਰਾਪਤੀ ਵੀ ਕੱਖ ਨਾ ਕੀਤੀ। ਦਾਤਾਰ ਆਖਦੇ ਉਹ ਖੇੜੇ ਵਿੱਚ ਉਹਦੇ ਗੁਣ ਨਾਲ ਜੁੜਿਆ, ਉਹਦੇ ਵਜੂਦ ਨਾਲ ਇੱਕ ਸੁਰ ਹੋਇਆ ਵੀ ਸਦਾ ਆਨੰਦ ਤੇ ਖੇੜੇ ਵਿੱਚ। ਇਹ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੇ ਦੁੱਖ ਦੇ ਮਿਟ ਜਾਣ ਦਾ ਰਾਜ਼ ਹੈ। ਮਹਾਰਾਜ ਆਖਦੇ ਹਰਖਵੰਤ ਆਨੰਤ ਰੂਪ। ਅਨੰਤ ਦਾ ਅਰਥ ਹੈ ਵਡੇਰਾ ਤੇ ਬਹੁਤ ਸਾਰੇ। ਇਹ ਸੰਸਾਰ ਦੇ ਬਹੁ ਰੂਪੀ ਪਸਾਰੇ ਦੇ ਵਿੱਚ, ਬਹੁ ਭਾਂਤੀ ਪਸਾਰੇ ਦੇ ਵਿੱਚ ਤੂੰ ਆਪ ਵਸੈ ਕਰਕੇ ਤੇਰੇ ਅਨੰਤ ਨਾਨਾ ਰੂਪ ਨੇ। ਨਿਰਮਲ, ਤੂੰ ਪਵਿੱਤਰ ਹਸਤੀ ਦਾ ਮਾਲਕ ਹੈ। ਦਾਗ ਨਹੀਂ ਤੇਰੇ ਅੰਦਰ, ਐਬ ਨਹੀਂ ਤੇਰੇ ਅੰਦਰ, ਮੈਲ ਨਹੀਂ ਤੇਰੇ ਅੰਦਰ ਬਿਗਾਸੀ। ਤੂੰ ਸਦਾ ਖਿੜਾਓ ਵਿੱਚ ਰਹਿਣ ਵਾਲਾ ਹੈ। ਗੁਣ ਗਾਵੇਂ ਬੇਅੰਤ, ਅੰਤ ਇੱਕ ਤਿਲ ਨਹੀਂ ਪਾਸੀ। ਬੇਅੰਤ ਹੀ ਤੇਰੇ ਗੁਣ ਗਾਏ ਜਾ ਸਕਦੇ ਨੇ। ਭਾਵ ਇਹ ਹੈ ਕਿ ਤੇਰੇ ਗੁਣ ਬੇਅੰਤ ਨੇ, ਇੱਕ ਤਿਲ ਮਾਤਰ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹਨਾਂ ਗੁਣਾਂ ਦਾ। ਭਾਵ ਤੇਰੀ ਤਹਿ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੇਰੇ ਵਜੂਦ ਨੂੰ ਮਾਪਿਆ, ਤੋਲਿਆ ਔਰ ਕਿਸੇ ਤਰ੍ਹਾਂ ਗਿਣਿਆ ਮਾਪਿਆ ਨਹੀਂ ਜਾ ਸਕਦਾ। ਇਸ ਕਰਕੇ ਤੈਨੂੰ ਬੇਅੰਤ ਕਹਿ ਕੇ ਤੇਰੀ ਵਡਿਆਈ ਕੀਤੀ ਹੈ। ਹਮਰੀ ਜੇਵਾ ਏਕ ਪ੍ਰਭ। ਸਤਿਗੁਰੂ ਆਖਦੇ ਨੇ ਹਮਾਰੀ, ਮੇਰੀ ਰਸਨਾ ਇੱਕ ਹੈ। ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਣ ਬੇਅੰਤ ਨੇ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਮੈਂ ਇੱਕ ਵੀ ਗੁਣ ਤੇਰਾ ਚੇਤੇ ਵਿੱਚ ਨਹੀਂ ਰੱਖਿਆ। ਦਾਤਾਰ ਜੀ ਆਖਦੇ ਨੇ ਜਾਂ ਕਹੋ ਹੋਹੇ ਕਿਰਪਾਲ ਪ੍ਰਭ। हे ਅਕਾਲ ਪੁਰਖ ਵਾਹਿਗੁਰੂ, ਜਿਸ ਉੱਤੇ ਤੂੰ ਕਿਰਪਾਵਾਨ ਹੁੰਦਾ ਹੈ, ਦਇਆ ਕਰਦਾ ਹੈ, ਸੋ ਜਨ ਪ੍ਰਭ ਤੁਮੈ ਮਿਲਾਸੀ। ਕਹਿੰਦੇ ਨੇ ਜਾ ਕੋ ਹੋਏ ਕਿਰਪਾਲ, ਜਿਸ ਉੱਤੇ ਤੂੰ ਕਿਰਪਾ ਕਰੇ, ਮਿਹਰ। ਭਾਵ ਇਹਨੂੰ ਕਿਰਪਾ ਦਾ ਅਰਥ ਹੈ ਬਖਸ਼ਿਸ਼, ਜਿਹਨੂੰ ਅਸੀਂ ਹੁਣ ਆਮ ਆਪਣੀ ਭਾਸ਼ਾ 'ਚ ਕਹਿਣ ਲੱਗ ਪਏ ਹਾਂ ਗੋਡ ਗਿਫਟ। ਸਾਡੇ ਕੋਲ ਕੋਈ ਚੀਜ਼ ਹੋਵੇ ਨਾ, ਅਸੀਂ ਕਹਿੰਦੇ ਹਾਂ ਗੋਡ ਗਿਫਟ ਹੈ। ਦੁੱਖ ਨੂੰ ਕੋਈ ਨਹੀਂ ਕਹਿੰਦਾ, ਇਹ ਵੀ ਗੋਡ ਗਿਫਟ ਹੈ। ਬਾਣੀ ਨੇ ਕਿਹਾ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਦੁੱਖ ਹੈ ਤੇ ਸੁੱਖ ਦੀ ਕੀਮਤ ਹੈ ਮਨੁੱਖ ਦੀ ਨਜ਼ਰ 'ਚ, ਨਹੀਂ ਤੇ ਸੁੱਖ ਦੀ ਕੋਈ ਕੀਮਤ ਨਹੀਂ। ਭੁੱਖ ਨਾ ਲੱਗੇ ਰੋਟੀ ਦਾ ਸਵਾਦ ਹੀ ਨਹੀਂ ਆਉਂਦਾ। ਕੰਡਾ ਨਾ ਚੁਭੇ ਫੁੱਲ ਦੀ ਕੋਮਲਤਾ ਨੂੰ ਕੌਣ ਮਹਿਸੂਸ ਕਰੇ? ਇਹ ਸਭ ਜ਼ਿੰਦਗੀ ਦੇ ਰਸ ਨੇ, ਕੁਦਰਤ ਨੇ ਸਭ ਪੈਦਾ ਕੀਤੇ ਨੇ ਮਨੁੱਖ ਦੇ ਜੀਵਨ ਦੇ ਅੰਦਰ ਅਹਿਮੀਅਤ, ਕੀਮਤ ਪੈਦਾ ਕਰਨ ਵਾਸਤੇ। ਇਸ ਕਰਕੇ ਦਾਤਾਰ ਜੀ ਆਖਦੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ। ਇਹ ਤੇ ਭਾਣੇ ਦੀ ਗੱਲ ਗੁਰੂ ਨਾਨਕ ਮਹਾਰਾਜ ਬਹੁਤ ਉੱਚੀ ਸੁਰਤ, ਇੱਕ ਲੈਵਲ ਹੈ ਜੀਵਨ ਦਾ, ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਦੁੱਖਾਂ ਵਿੱਚ ਵੀ ਖੁਸ਼ ਕਿਵੇਂ ਹੋਵੇ, ਇਹ ਨੁਕਤਾ ਬਿਆਨ ਕੀਤਾ ਹੈ ਗੁਰੂ ਨਾਨਕ ਮਹਾਰਾਜ ਨੇ। ਦਾਤਾਰ ਜੀ ਆਖਦੇ ਨੇ ਸੋ ਜਨ ਪ੍ਰਭ ਤੁਮੈ ਮਿਲਾਸੀ। ਉਹ ਤੇਰੇ ਨਾਲ ਇੱਕ ਸੁਰ ਹੋ ਜਾਂਦਾ ਹੈ, ਤੇਰੇ ਗੁਣਾਂ ਨਾਲ ਜੁੜ ਕੇ। ਭਾਵ ਜਿਹੜੇ ਤੇਰੇ ਨਾਲ ਇੱਕ ਸੁਰ ਹੋਏ ਨੇ, ਉਹ ਤੇਰੀ ਬਖਸ਼ਿਸ਼, ਤੇਰੀ ਕਿਰਪਾ ਦੇ ਸੋਹਲੇ ਗਾਉਂਦੇ ਨੇ। ਆਪਣੀ ਹਉਮੈ ਦਾ ਢੋਲ ਨਹੀਂ ਪਿੱਟਦੇ ਵੀ ਅਸੀਂ ਮਿਹਨਤ ਕਰ ਲਈ, ਅਸੀਂ ਯਤਨ ਕਰ ਲਿਆ। ਉਹ ਕਹਿੰਦੇ ਤਾਂ ਉਹਦੀ ਮਿਹਰ ਤੇ ਕਿਰਪਾ ਹੈ। ਜਾਂ ਕਹੋ ਹੋਹੇ ਕਿਰਪਾਲ ਪ੍ਰਭ। ਸਤਿਗੁਰੂ ਕਹਿੰਦੇ ਜਾਂ ਕਹੋ ਹੋਹੇ ਕਿਰਪਾਲ, ਸੋ ਜਨ ਪ੍ਰਭ ਤੁਮੈ ਮਿਲਾਸੀ। ਧੰਨ ਧੰਨ ਤੇ ਧੰਨ ਜਨ। ਉਹ ਵਡਿਆਈ ਦੇ ਪਾਤਰ ਨੇ, ਸ਼ੋਭਾ ਦੇ ਪਾਤਰ ਨੇ, ਧਨਤਾ ਦੇ ਯੋਗ ਨੇ। ਜੇ ਕਿਰਪਾਲ ਹਰ ਹਰ ਭਇਓ, ਜਿਨ੍ਹਾਂ ਨੇ ਵਾਹਿਗੁਰੂ ਦੀ ਬਖਸ਼ਿਸ਼ ਨੂੰ ਮਾਣਿਆ ਹੈ, ਹੰਢਾਇਆ ਹੈ, ਜਿਹੜੇ ਉਹਦੀ ਕਿਰਪਾ ਤੇ ਮਿਹਰ ਨੂੰ ਜੀ ਰਹੇ ਨੇ ਆਪਣੇ ਜੀਵਨ ਦੇ ਅੰਦਰ। ਹਰ ਗੁਰ ਨਾਨਕ ਜਿਨ ਪਰਸਿਓ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਰਾਹ ਲੈ ਕੇ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਿਆ ਕੇ, ਸਿਮਰ ਕੇ, ਉਹਦੀ ਕਿਰਪਾ ਦੇ ਪਾਤਰ ਬਣ ਕੇ, ਹਰੀ ਦਾ, ਰੱਬ ਦਾ ਰੂਪ ਹੋ ਚੁੱਕੇ ਗੁਰੂ ਨਾਨਕ ਮਹਾਰਾਜ ਨੂੰ ਜਿਸ ਨੇ ਪਰਸਿਆ। ਪਰਸਿਆ ਦਾ ਅਰਥ ਹੁੰਦਾ ਛੂ ਲੈਣਾ। ਪਰਸਨ ਦਾ ਅਰਥ ਹੈ ਛੂਣਾ, ਛੂਣ ਦਾ ਅਰਥ ਹੈ ਸੰਗ ਕਰਨਾ। ਵੀ ਜਿਹਨੇ ਗੁਰੂ ਨਾਨਕ ਨੂੰ ਛੂ ਲਿਆ, ਗੁਰੂ ਨਾਨਕ ਦੀ ਸ਼ੋਭਾ ਪ੍ਰਾਪਤ ਕਰ ਲਈਏ, ਉਹਦੀ ਬਖਸ਼ਿਸ਼ ਦਾ ਪਾਤਰ ਬਣ ਗਏ। ਹਰ ਰੱਬ ਦਾ ਰੂਪ, ਰੱਬ ਰੂਪ ਹੋ ਚੁੱਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੂੰ ਜਿਸ ਨੇ ਪਰਸ ਲਿਆ ਹੈ, ਉਹਦੀ ਬਖਸ਼ਿਸ਼, ਉਹਦੇ ਗਿਆਨ ਨੂੰ, ਉਹਦੇ ਉਪਦੇਸ਼ ਨੂੰ ਮਾਣ ਲਿਆ ਹੈ। ਸਤਿਗੁਰੂ ਜੀ ਆਖਦੇ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੇ ਜਨਮ ਮਰਨ ਦੋਹ ਤੇ ਰਹਿਓ। ਉਹ ਆਤਮਕ ਤੌਰ ਉੱਤੇ ਵਿਕਾਰਾਂ ਦੇ ਜਨਮ
ਔਰ ਵਿਕਾਰੀ ਮੌਤ ਤੋਂ ਬਚ ਕੇ, ਭਾਵ ਆਤਮਕ ਜੰਮਣ ਮਰਨ ਗੇੜ ਤੋਂ ਬਚ ਕੇ ਉਹ ਸਦੀਵ ਕਾਲ ਸਹਿਜ ਔਰ ਆਤਮਕ ਅਡੋਲਤਾ ਦਾ ਅਵਸਥਾ ਦਾ ਮਾਲਕ ਬਣ ਗਿਆ। ਇਉਂ ਕਹਿ ਲਓ ਉਹਦਾ ਹਰ ਕਿਸਮ ਆਵਾਗਮਨ ਖਤਮ ਹੋ ਗਿਆ, ਭਟਕਣਾ ਮੁੱਕ ਗਈ ਏ। ਉਹ ਸਥਿਰ ਅਡੋਲ ਤੇ ਟਿਕਾਊ ਦੇ ਸੁਭਾਅ ਦਾ ਮਾਲਕ ਬਣਿਆ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।